कि साडा सज्जन जिहड़ा वो अजिहा होना चाहिदा जिहदे कोल रहण दे करके साडी जिंदगी दियां सारियां जिहड़ियां औंकड़ां ने मुश्किलां ने उन्हां दा हल हो जावे। जदों साडियां सारियां ही जिंदगी दियां समस्यावां दा हल हो जावे तां फिर सानू होर किसी सज्जन कोल जाण दी लोड़ नहीं रहिंदी। जे फिर भी जावांगे तां फिर लानतां तो शिवा होर कुछ भी प्राप्त नहीं होवेगा। इस करके अज दे पावन शब्द विच गुरुदेव पातशाह ने यही जिक्र किया कि सज्जन अजिहा होवे जिहदे नाल मिल के तू अपनी जिंदगी नूं सवार सके। साजन होवन अपने क्यों पर घर जाही, पर तो भाव बगाना पराया, घर तो भाव घर जाही। फिर तैनूं लोड़ नहीं है पराए घरां दे विच जाण दी, जरूरत नहीं है। इत्थे बेशक सानू गुरु ने एक उदाहरण बाहरों दे के समझा दिता कि अपना मित्र होवे, तेरा अपना सज्जन होवे, अपने सज्जन नाल रहिंदा होया तू होर बगाने घरां दे विच पराए घरां दे विच ना जा। उत्थे जाण दी तैनूं जरूरत लोड़ नहीं है। फिर गुरुदेव पातशाह ने इसे शब्द के अगले हिस्से में जिक्र किया, अंधा आगू जे थिए क्यों पादर जाने। जिमें कि एक साडे समाज दा जां साडे एरिए दा मुहल्ले दा आगू जां परिवार दा कोई जिम्मेवार बंदा आगू अन्ना होवे तां उहदे तो आस नहीं रखी जा सकदी भी वो साडे परिवार नूं, साडे एरिए नूं, साडे समाज नूं कुछ चंगियाई दे देवेगा। दरअसल कहानी कित्थे को रुक जाती है, उहदी अपनी अज्ञानता अन्नापण। ते जे बंदा ज्ञानवान होवे फिर सुजाखापन है। फिर पातशाह जी कहंदे ये अज्ञानता दे अन्नेपण दे विच रहण वाला आगू कदे भी सानू सुखाला रस्ता नहीं दसेगा, पद्धरा रस्ता नहीं दसेगा, सानू रस्ते तो भटका देवेगा। इसे करके गुरु साहब जी ने कदे गुरु दे रूप विच, कदे माता पिता दे रूप विच, कदे आगू दे रूप विच ते कदे सज्जन दे रूप विच इदां वख-वख विषयां नाल जोड़ के सानू समझाया कि भी तेरा आगू बहुत चंगा कौन है, गुरु। तेरा मित्र बड़ा चंगा कौन है, गुरु। तेरे माता पिता बड़े चंगे ने, कौन हन, गुरु। तेरे जिंदगी दे भाव दिली प्यारे वो दो सत जिन्हां दे कोल केवल सत है, सच तो शिवा उन्हां कोल झूठ नहीं है। वो तेरे दिल दे दो सत बड़े चंगे ने, पर वो कौन है, गुरु। ते अज दे इस पावन शब्द दी विचार विच गुरु ने सज्जन दी गल कीती आ भी जे तेरा अपना सज्जन चंगा ना तां फिर तैनूं पर घर ना जा, पराए घर दे विच जाण दी लोड़ नहीं होवेगी।
ਹੁਣ ਗੁਰਦੇਵ ਪਾਤਸ਼ਾਹ ਨੇ ਗੱਲ ਕਿੱਥੇ ਕਹੀ ਆ? ਵਿਸ਼ੱਕ ਸਾਨੂੰ ਉਦਾਹਰਨ ਦੁਨਿਆਵੀ ਦਿੱਤੀ ਆ ਵੀ ਤੇਰਾ ਆਗੂ ਜਾਂ ਤੇਰਾ ਮਿੱਤਰ ਇੰਨਾ ਚੰਗਾ ਹੋਵੇ ਕਿ ਉਹਦੇ ਕੋਲੋਂ ਤੇਰੀ ਹਰ ਇੱਕ ਲੋੜ, ਹਰ ਇੱਕ ਜ਼ਿੰਦਗੀ ਦੀ ਮੁਸ਼ਕਲ ਸਮੱਸਿਆ ਦਾ ਹੱਲ ਹੁੰਦਾ ਹੋਵੇ, ਤਾਂ ਤੈਨੂੰ ਫਿਰ ਕਿਤੇ ਹੋਰ ਜਾਣ ਦੀ ਲੋੜ ਨਹੀਂ ਹੈ। ਫਿਰ ਨਾ ਤੂੰ ਕਿਤੇ ਹੋਰ ਜਾਈਂ। ਜੇ ਜਾਵੇਂਗਾ ਨਾ, ਨਾਲੇ ਅਗਲਾ ਤੈਨੂੰ ਲਾਹਨਤ ਪਾਵੇਗਾ ਤੇ ਨਾਲੇ ਅਗਲਾ ਤੇਰੇ ਦੋਸਤ ਨੂੰ, ਤੇਰੇ ਮਿੱਤਰ ਨੂੰ ਲਾਹਨਤ ਪਾਵੇਗਾ। ਤੁਹਾਡੀ ਜਿਹੀ ਦੋਸਤੀ ਕਾਹਦੀ ਆ ਜੇ ਤੁਸੀਂ ਸਾਡੇ ਕੋਲ ਹੀ ਆਉਣਾ ਸੀ। ਇਸੇ ਕਰਕੇ ਸਾਹਿਬ ਸੱਚੇ ਪਾਤਸ਼ਾਹ ਨੇ ਜ਼ਿਕਰ ਇਹ ਕੀਤਾ, ਕਹਿੰਦੇ ਆਪਣਾ ਤੂੰ ਇੱਕ ਸੱਚਾ ਮਿੱਤਰ ਬਣਾ ਲੈ, ਅਸਲੀ ਮਿੱਤਰ, ਅਸਲੀ ਦੋਸਤ ਬਣਾ ਲੈ, ਜਿਹਦੇ ਨਾਲ ਮਿਲ ਕੇ ਜ਼ਿੰਦਗੀ ਦਾ ਹਰ ਇੱਕ ਕਦਮ ਸਫਲ ਹੋਵੇ ਤੇ ਤੈਨੂੰ ਕਿਤੇ ਹੋਰ ਜਾਣ ਦੀ ਲੋੜ ਨਾ ਹੋਵੇ। ਉਹ ਸੱਚਾ ਮਿੱਤਰ ਕੌਣ ਹੈ? ਉਹ ਹੈ ਗੁਰੂ। ਗੁਰੂ ਦਾ ਸ਼ਬਦ, ਧੁਰ ਕੀ ਬਾਣੀ ਆਈ, ਧੁਰ ਦੀ ਬਾਣੀ, ਅਕਾਲੀ ਬਾਣੀ, ਅਲਾਹੀ ਬਾਣੀ, ਜਾਗਦੀ ਜੋਤ, ਜਾਗਤ ਜੋਤ, ਜਪੈ ਨਿਸਵਾਸੁਰ, ਏਕ ਬਿਨਾ ਮਨ ਨੈਕ ਨਾ ਆਨੈ। ਉਹਨੂੰ ਮਿੱਤਰ ਬਣਾ ਲਾ ਜਿਹਦੇ ਕੋਲ ਕੇਵਲ ਸੱਚ ਹੀ ਸੱਚ ਹੈ, ਝੂਠ ਹੈ ਹੀ ਨਹੀਂ। ਉਹ ਮਿੱਤਰ ਕੌਣ ਹੈ? ਉਹ ਬਸ ਗੁਰੂ ਹੈ। ਹੁਣ ਆਪਾਂ ਥੋੜਾ ਜਿਹਾ ਨਕਸ਼ਾ ਬਾਰੀ ਤੌਰ ਤੇ ਮਿੱਤਰਾਂ ਦਾ ਬਣਾਵਾਂਗੇ, ਜਿਨ੍ਹਾਂ ਨਾਲ ਸਾਡੀ ਮਿੱਤਰਤਾ, ਉਹਨਾਂ ਕੋਲ ਝੂਠ ਵੀ ਹੈ, ਧੋਖਾ, ਸਾਡੇ ਪਰਥਾਏ, ਅਪਸ਼ਬਦ, ਸਾਡੇ ਸੰਬੰਧ ਵਿੱਚ ਬੇਈਮਾਨੀ, ਇਹ ਉਹਨਾਂ ਦੇ ਕੋਲ ਹੈ। ਸਾਡੇ ਸੰਬੰਧ ਦੇ ਵਿੱਚ ਉਹਨਾਂ ਕੋਲ ਚਲਾਕੀਆਂ ਨੇ। ਅੱਜ ਦੇ ਮਿੱਤਰ ਬਹੁਤ ਨੇ, ਇਸੀ ਗੱਲ ਨਹੀਂ ਵੀ ਸਾਡੇ ਮਿੱਤਰ ਨਹੀਂ ਹਨ, ਪਰ ਸਾਡੇ ਮਿੱਤਰ ਚਲਾਕ ਬਹੁਤ ਨੇ। ਆਪਣੇ ਨਿੱਜੀ ਸਵਾਰਥ ਲਈ ਸਾਡੇ ਮਿੱਤਰ ਸਾਨੂੰ ਵਰਤ ਜਾਂਦੇ ਨੇ। ਅੰਨਾ ਆਗੂ ਜੇਥੀ ਹੈ। ਹੁਣ ਆਗੂ ਲੋਕ ਅਸੀਂ ਮਿੱਤਰ ਬਣਾ ਲੈਣਾ, ਮੇਰੀ ਫਲਾਣੇ ਬਾਬੇ ਨਾਲ, ਫਲਾਣੇ ਲੀਡਰ ਨਾਲ, ਫਲਾਣੇ ਆਗੂ ਨਾਲ ਮੇਰੀ ਬਣਦੀ ਆ, ਅਸੀਂ ਮੰਨ ਲਿਆ ਵੀ ਮੇਰਾ ਦੋਸਤ ਆ ਉਹ। ਪਰ ਇੱਕ ਨਹੀਂ ਅਨੇਕਾਂ ਇਹ ਕੇਸ ਨੇ ਵੀ ਸਾਨੂੰ ਸਾਡੇ ਬਣਾਏ ਹੋਏ ਆਗੂ ਮਿੱਤਰ, ਆਗੂ ਬਾਬੇ, ਆਗੂ ਦੋਸਤ ਉਹ ਕੀ ਕਰ ਜਾਂਦੇ ਨੇ? ਉਹ ਵੇਚ ਜਾਂਦੇ ਨੇ। ਸਾਨੂੰ ਸਮਝ ਨਹੀਂ ਆਉਂਦੀ, ਪਤਾ ਨਹੀਂ ਲੱਗਦਾ। ਸਾਨੂੰ ਉਦੋਂ ਪਤਾ ਲੱਗਦਾ ਜਦੋਂ ਅਸੀਂ ਆਪਣਾ ਸਭ ਕੁਝ ਲੁਟਾ ਲੈਂਦੇ ਹਾਂ। ਇੱਥੋਂ ਸਿੱਧ ਕੀ ਹੁੰਦਾ ਵੀ ਸਾਨੂੰ ਅਜਿਹੇ ਆਗੂ, ਅਜਿਹੇ ਦੋਸਤ ਮਿੱਤਰ ਨਹੀਂ ਚਾਹੀਦੇ ਜਿਨ੍ਹਾਂ ਕੋਲੇ ਝੂਠ, ਧੋਖਾ, ਬੇਈਮਾਨੀ, ਅਪਸ਼ਬਦ, ਚੋਰੀ, ਜਾਰੀ, ਇਹ ਕੁਛ ਹੈ। ਹੁਣ ਸਾਡਾ ਮਿੱਤਰ ਕੌਣ ਆ? ਸਾਡੇ ਘਰ ਦੇ ਵਿੱਚ ਹੀ ਖਾ ਰਿਹਾ ਤੇ ਸਾਡੇ ਘਰ ਦੇ ਵਿੱਚ ਖਾਂਦਾ ਹੋਇਆ ਸਾਡੀ ਹੀ ਥਾਲੀ ਵਿੱਚ ਮੋਰੀਆਂ ਕਰੀ ਜਾਂਦਾ, ਛੇਕ ਕਰ ਦਿੰਦਾ ਗਾ। ਇੱਥੋਂ ਸਿੱਧ ਕੀ ਹੁੰਦਾ ਵੀ ਨਹੀਂ, ਸਾਨੂੰ ਅਜਿਹੇ ਮਿੱਤਰਾਂ ਦੀ ਲੋੜ ਨਹੀਂ ਹੈ। ਪਰ ਦਸ਼ਮੇਸ਼ ਪਿਤਾ ਨੇ ਨਾ ਅਜਿਹੇ ਮਿੱਤਰਾਂ ਦੇ ਨਾਲ ਜਾਰੀ ਨਹੀਂ ਪਾਈ। ਗੁਰੂ ਨਾਨਕ ਸਾਹਿਬ ਨੇ ਅਜਿਹੇ ਸੱਜਣਾ ਦੇ ਨਾਲ ਜਾਰੀ ਨਹੀਂ ਪਾਈ ਜਿਹੜੇ ਭਾਵ ਉਹ ਘਰ ਦੇ ਵਿੱਚ ਰਹਿਣ ਵੀ ਤੇ ਉਸੇ ਘਰ ਦੇ ਵਿੱਚ ਮੋਰੀਆਂ ਵੀ ਕਰਨ, ਛੇਕ ਵੀ ਕਰਨ। ਆਪਣੀ ਕਹਾਵਤ ਆ ਨਾ ਵੀ ਜਿਸ ਥਾਲੀ ਵਿੱਚ ਖਾਈਏ ਉਹਦੇ ਵਿੱਚ ਕਦੇ ਛੇਕ ਨਹੀਂ ਕਰੀਦਾ, ਉਹਦੇ ਵਿੱਚ ਕਦੇ ਮੋਰੀ ਨਹੀਂ ਕਰੀਦੀ, ਜਿਹਦੇ ਵਿੱਚ ਖਾਈਏ। ਪਰ ਸਾਡੇ ਸੱਚ ਜਾਣਿਓ ਉਹ ਮਿੱਤਰ ਨੇ ਜਿਹੜੇ ਜਿਸ ਥਾਲੀ ਵਿੱਚ ਖਾਂਦੇ ਆ ਉਹਦੇ ਵਿੱਚ ਹੀ ਛੇਕ ਕਰਦੇ ਨੇ। ਇਹ ਮੁੱਢ ਤੋਂ ਰੀਤ ਆ, ਅੱਜ ਤੋਂ ਨਹੀਂ, ਪਿੱਛੇ ਤੋਂ। ਤੇ ਗੁਰੂ ਜਿੱਦਾਂ ਦੀ ਇਹ ਰੀਤ ਆ ਪਿੱਛੇ ਤੋਂ, ਗੁਰੂ ਉਦੋਂ ਦੇ ਹੀ ਆਵਾਜ਼ ਦੇ ਰਿਹਾ ਹੈਗਾ ਵੀ ਉਹ ਸੱਜਣ ਬਣਾ, ਉਹ ਆਗੂ ਚੁਣ, ਕਿਹੜਾ? ਜਿਹੜਾ ਭਾਈ ਲਾਇਕ ਆ, ਜਿਹੜਾ ਕਿ ਲਾਇਕ ਹੋਵੇ, ਸਿਆਣਾ ਹੋਵੇ। ਫਿਰ ਪਾਤਸ਼ਾਹ ਨੇ ਜੇ ਆਗੂ ਦੀ ਗੱਲ ਪੁੱਛ ਗਏ ਤਾਂ ਇਹ ਵੀ ਜ਼ਿਕਰ ਕੀਤਾ, ਤਖਤ ਰਾਜਾ ਸੋਭ ਹੈ ਜੇ ਤਖਤ ਲਾਇਕ। ਭਾਵ ਜ਼ਿੰਮੇਵਾਰੀ ਦੇ ਤਖਤ ਤੇ, ਜ਼ਿੰਮੇਵਾਰੀ ਦੀ ਕੁਰਸੀ ਤੇ ਉਹ ਸੱਜਣ ਬਹਾ ਜਿਹੜਾ ਜ਼ਿੰਮੇਵਾਰੀ ਸੰਭਾਲਣ ਯੋਗ ਹੋਵੇ। ਇਹ ਨਾ ਹੋਵੇ ਤੂੰ ਨਲਾਇਕ ਬਹਾ ਦੇ। ਜੇ ਨਲਾਇਕ ਬਹਾ ਦਿੱਤਾ ਨਾ, ਉਹਨੇ ਸਾਰੇ ਦੇ ਸਾਰੇ ਤੇਰੇ ਸਮਾਜ ਨੂੰ,
ਗਰਕੀ ਦੇ ਟੋਏ ਵਿੱਚ ਸੁੱਟ ਦੇਣਾ, ਜਿੱਥੋਂ ਦੁਬਾਰਾ ਨਿਕਲ ਨਾ ਸਕੇ। ਗੁਰੂ ਕਿਰਪਾ ਕਰੇ ਆਪਾਂ ਇਸੇ ਵਿਸ਼ੇ ਨਾਲ ਸੰਬੰਧਿਤ ਗਰਕੀ ਦਾ ਟੋਆ ਮੇਰੇ ਮਾਲਕ ਨੂੰ ਪੁੱਛਾਂਗੇ, ਉਹ ਕਿਹੜਾ ਗਾ ਜਿਹਦੇ ਵਿੱਚ ਸਾਨੂੰ ਅੰਨੇ ਆਗੂ ਸਾਡੇ ਅੰਨੇ ਦੋਸਤ ਸੁੱਟ ਦਿੰਦੇ ਨੇ। ਤੇ ਗੁਰੂ ਐਸਾ ਸਮਰੱਥ ਹੈ, ਇਹ ਦੱਸੇਗਾ। ਐਸੀ ਗੱਲ ਨਹੀਂ ਵੀ ਜਿਹੜੀ ਪੁੱਛਾਂਗੇ ਆਪਾਂ ਗੁਰੂ ਨਾ ਦੱਸੇ। ਚਲੋ ਵਾਹਿਗੁਰੂ ਭਲਾ ਕਰੇ। ਫਿਰ ਸਾਡਾ ਉਹ ਗੁਰੂ, ਉਹ ਸਾਡਾ ਤਖਤ ਤੇ ਬੈਠਣ ਵਾਲਾ ਆਗੂ ਕੌਣ ਹੈ? ਉਹ ਹੈ ਸਾਡਾ ਗੁਰੂ ਭਾਈ। ਤੇ ਗੁਰੂ ਨੂੰ ਆਪਾਂ ਆਪਣੀ ਜ਼ਿੰਦਗੀ 'ਚ ਦੋਸਤ ਬਣਾਉਣਾ, ਹੋਰ ਨਹੀਂ ਕਿਸੇ ਨੂੰ ਬਣਾਉਣਾ, ਬਿਲਕੁਲ ਵੀ। ਕੇਵਲ ਗੁਰੂ ਨੂੰ। ਜਿੱਥੇ ਗੁਰੂ ਕੰਮ ਆਵੇਗਾ ਨਾ ਤੇ ਉੱਥੇ ਤੇਰਾ ਦੋਸਤ ਨਹੀਂ ਕੰਮ ਆਉਂਦਾ, ਸੱਚ ਹੈ। ਜਿੱਥੇ ਗੁਰੂ ਕੰਮ ਆਵੇਗਾ ਤੇ ਸੱਚਾਈ ਆ, ਉੱਥੇ ਕੋਈ ਅਖੌਤੀ ਆਗੂ ਨਹੀਂ ਕੰਮ ਆਵੇਗਾ। ਅੰਨਾ ਆਗੂ ਜੇਥੀ ਹੈ ਕਿਉਂ ਪਾਦਰ ਜਾਣੈ, ਆਪ ਮੁਸੈ ਮਤ ਹੋਛੀ ਹੈ ਕਿਉਂ ਰਾਹ ਪਛਾਣੈ। ਉਹ ਆਪ ਵੀ ਠੱਗਿਆ ਜਾਂਦਾ ਤੇ ਹੋਰਾਂ ਨੂੰ ਵੀ ਠੱਗਣ ਵਾਲੀ ਲਾਈਨ 'ਚ ਲਾ ਦਿੰਦਾ। ਉਹ ਆਪ ਨਹੀਂ ਆਪਣਾ ਸਹੀ ਰਸਤਾ ਪਛਾਣ ਸਕਦਾ ਤੇ ਸਾਨੂੰ ਰਸਤਾ ਭਾਈ ਕਿਵੇਂ ਦੱਸੇਗਾ। ਉਦਾਹਰਨ ਕੀ ਦਿੱਤੀ ਹੈ ਮੇਰੇ ਪਾਤਸ਼ਾਹ ਨੇ? ਅੰਨਾ ਚੁਰਾਹੇ ਵਿੱਚ ਖੜਾ ਤੇ ਉਹਨੂੰ ਆਪਾਂ ਜਾ ਕੇ ਪੁੱਛੀਏ ਵੀ ਅਸੀਂ ਫਲਾਣੇ ਪਾਸੇ ਜਾਣਾਗਾ, ਅੰਨਾ ਦੱਸ ਨਹੀਂ ਸਕੇਗਾ। ਉਹ ਕਹਿੰਦਾ ਮੈਂ ਖੁਦ ਅੰਨਾ, ਮੈਂ ਤੈਨੂੰ ਕੀ ਦੱਸਾਂ। ਇਸੇ ਕਰਕੇ ਸਾਡੇ ਸਮਾਜ ਵਿੱਚ ਸਾਡੇ ਦੋਸਤ, ਸਾਡੇ ਮਿੱਤਰ, ਸਾਡੇ ਆਗੂ ਉਹ ਬਣ ਗਏ ਜਿਹੜੇ ਖੁਦ ਭਾਈ ਅੰਨੇ ਨੇ। ਗੁਰੂ ਜਿਨ੍ਹਾਂ ਕੇ ਅੰਧਲੇ ਚੇਲੇ ਨਹੀਂ ਥਾਓ। ਕਹਿੰਦੇ ਜਿਨ੍ਹਾਂ ਦਾ ਫਿਰ ਗੁਰੂ ਅੰਨਾ ਬਣ ਗਿਆ, ਫਿਰ ਉਹਨਾਂ ਦਾ ਕਦੇ ਚੇਲਿਆਂ ਦਾ ਵੀ ਦੀਨ ਮਜਬ ਨਹੀਂ ਹੁੰਦਾ। ਉਹ ਵੀ ਆਪਣੇ ਰਸਤੇ ਤੋਂ ਖੁੰਝੇ ਹੁੰਦੇ ਨੇ, ਉਹ ਵੀ ਆਪਣੀ ਅਸਲੀ ਰਸਤੇ ਤੇ ਨਹੀਂ ਚੜ ਸਕਦੇ। ਫਿਰ ਸਾਡਾ ਗੁਰੂ ਸੰਜਾਖਾ ਗਾ, ਇਹ ਅੰਨਾ ਨਹੀਂ ਹੈ। ਸਾਡਾ ਗੁਰੂ ਆਗੂ ਇਹ ਤਖਤ ਤੇ ਬਹਾਉਣ ਯੋਗ ਹੈ। ਸਾਡਾ ਗੁਰੂ ਸਾਡਾ ਦੋਸਤ ਹੈ। ਇਹ ਗੱਲ ਸਮਝ ਗਏ ਨਾ। ਪੰਜਵੇਂ ਪਾਤਸ਼ਾਹ ਨੂੰ ਇਸੇ ਕਰਕੇ ਹੀ ਲੋੜ ਪਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਨੂੰ ਇਕੱਤਰ ਕਰਨ ਦੀ। ਤੇ ਜਿਹੜੀ ਹੁਣ ਮਿੱਟੀ ਹਰਮੰਦਰ ਸਾਹਿਬ ਵਾਲੀ, ਦਰਬਾਰ ਸਾਹਿਬ ਵਾਲੀ ਆ, ਇਹ ਮਿੱਟੀ ਜਦੋਂ ਉਹ ਜਗ੍ਹਾ ਪੁੱਟ ਕੇ ਕੱਢੀ ਗਈ ਨਾ ਤੇ ਜਿੱਥੇ ਢੇਰ ਲਾਇਆ ਗਿਆ, ਅੱਜ ਕੱਲ ਉਹ ਅਕਾਲ ਤਖਤ ਵਾਲੀ ਥਾਂ ਗਈ। ਉਹ ਢੇਰ ਦੇ ਉੱਪਰ ਥੜਾ ਬਣਾਇਆ ਗਿਆ। ਉਹ ਥੜੇ ਉੱਪਰ ਗੁਰੂ ਵੱਲੋਂ ਆਏ ਹੋਏ ਉਪਦੇਸ਼ ਦਾ ਹੁਕਮ ਦਿੱਤਾ ਜਾਂਦਾ ਸੀ। ਭਾਵ ਗੁਰੂ ਨੇ ਉਹ ਆਗੂ ਚੁਣ ਲਿਆ ਜਿਸ ਆਗੂ ਨੇ ਕਦੇ ਵੀ ਕਿਸੇ ਨਾਲ ਧੋਖਾ ਨਹੀਂ ਕਰਨਾ। ਤੇ ਅਕਾਲ ਤਖਤ ਦਾ ਨਾਮ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਆਪਣੇ ਬਾਪ ਦੇ ਨਾਮ ਤੇ, ਆਪਣੇ ਕਿਸੇ ਪੁੱਤਰਾਂ ਦੇ ਨਾਮ ਤੇ, ਆਪਣੇ ਕਿਸੇ ਵੀ ਪਰਿਵਾਰ ਦੇ ਨਾਮ ਤੇ ਜਾਂ ਕਿਸੇ ਆਪਣੇ ਸਰੀਰਕ ਤਲ ਤੇ, ਦੋਸਤਾਂ ਮਿੱਤਰਾਂ ਦੇ ਨਾਮ ਤੇ ਨਹੀਂ ਰੱਖਿਆ। ਤੇ ਅਕਾਲ ਤਖਤ ਦਾ ਨਾਮ ਅਕਾਲ ਦਾ ਤਖਤ ਰੱਖਿਆ। ਇਸ ਤਖਤ ਤੇ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਖੁਦ ਸਾਡੀ ਭਾਵਨਾ ਮੁਤਾਬਕ ਸ਼ੋਭਤ ਹੈ। ਤੇ ਹਰਮੰਦਰ ਸਾਹਿਬ ਦੇ ਵਿੱਚੋਂ ਹੁਕਮ, ਉਹ ਹੁਕਮ ਦੇ ਅਨੁਸਾਰ ਬਸ ਅਕਾਲ ਤਖਤ ਤੋਂ ਸਮਾਜ ਨੂੰ ਇੱਕ ਹੋਕਾ ਦਿੱਤਾ ਜਾਂਦਾ ਹੈਗਾ ਵੀ ਆਹ ਹੁਕਮ ਆ ਭਾਈ ਸਾਡੇ ਗੁਰੂ ਦਾ। ਇਸੇ ਕਰਕੇ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਕੇਵਲ ਗੁਰੂ ਨੂੰ ਹੀ, ਗੁਰੂ ਮੇਰਾ ਸਦਾ ਬੋਲਦਾ, ਸਦਾ ਸੁਣਦਾ ਹੈ, ਇਹਨੂੰ ਸੁਣਾਓ, ਇਹ ਤੋਂ ਸੁਣੋ। ਤੇ ਫਿਰ ਕੀ ਆ? ਫਿਰ ਪਾਤਸ਼ਾਹ ਕਹਿੰਦੇ ਤੇਰੀ ਜ਼ਿੰਦਗੀ ਵਿੱਚ ਕਿਤੇ ਵੀ ਗਿਰਾਵਟ ਨਹੀਂ ਆਵੇਗੀ। ਗਿਰਾਵਟ ਤੋਂ ਭਾਵ ਮੁਸ਼ਕਲ, ਔਂਕੜ ਕਦੇ ਵੀ ਨਹੀਂ ਆਵੇਗੀ ਜੇ ਤੂੰ ਇਸ ਗੱਲ ਨੂੰ ਮੰਨ ਲਿਆ। ਹਾਂ, ਜੇ ਨਾ ਮੰਨਿਆ ਫਿਰ ਜ਼ਿੰਦਗੀ ਬਰਬਾਦ ਹੋ ਸਕਦੀ ਹੈ ਭਾਈ। ਵਾਹਿਗੁਰੂ ਭਲਾ ਕਰੇ। ਪਾਤਸ਼ਾਹ ਜੀ ਕਹਿੰਦੇ ਫਿਰ ਆਪਣੀ ਜ਼ਿੰਦਗੀ ਦੇ ਵਿੱਚ ਕੇਵਲ ਤੇ ਕੇਵਲ ਇੱਕ ਅਕਾਲ ਪੁਰਖ ਵਾਹਿਗੁਰੂ ਨੂੰ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਹੀ ਭਾਈ ਆਪਣਾ ਦੋਸਤ ਬਣਾ, ਆਗੂ ਚੁਣ ਤੇ ਆਪਣੀ ਜ਼ਿੰਦਗੀ ਦੇ ਵਿੱਚ ਇਸੇ ਹੀ ਗੁਰੂ ਨੂੰ ਗੁਰੂ ਮੰਨ ਕੇ ਚੱਲ। ਭਾਵ ਆਪਣੀ ਜ਼ਿੰਦਗੀ ਵਿੱਚ ਹੋਰਾਂ ਕਿਸੇ ਦੇਹ ਧਾਰੀ ਜਾਂ ਕਿਸੇ ਅਖੌਤੀ ਦੋਸਤ ਮਿੱਤਰ ਦਾ ਆਸਰਾ ਨਾ ਲੈ। ਸਾਜਨ ਹੋਵਨ ਆਪਣੇ, ਇਹ ਸੱਜਣ ਤੇਰਾ ਆਪਣਾ ਆਪਦਾ, ਆਪਣੇ ਜਿਹੜਾ ਤੇਰਾ ਆਪਣਾ ਹੈ, ਆਪਣਾ ਫਿਰ ਇਹੀ ਆ। ਫਿਰ ਪਾਤਸ਼ਾਹ ਜ਼ਿਕਰ ਕਰਦੇ ਨੇ
ਕਹਿੰਦੇ ਜੇ ਸਾਡਾ ਸੱਜਣ ਆਪਣਾ ਹੋਵੇ ਫਿਰ ਕਿਉਂ ਪਰ ਘਰ ਜਾਹੀਂ। ਫਿਰ ਮੈਨੂੰ ਕਿਸੇ ਵੀ ਪਰਾਏ ਘਰ ਵਿੱਚ ਜਾਣ ਦੀ ਲੋੜ ਨਹੀਂ ਰਹਿ ਗਈ। ਹੁਣ ਮੈਂ ਕਿਤੇ ਵੀ ਆਪਣੇ ਗੁਰੂ ਨੂੰ ਛੱਡ ਕੇ ਪਰਾਏ ਥਾਂ ਨਹੀਂ ਜਾਵਾਂਗਾ। ਇਹ ਮੈਂ ਆਪਣੀ ਜ਼ਿੰਦਗੀ 'ਚ ਪ੍ਰਣ ਕਰਾਂ। ਤੈਨੂੰ ਛੱਡ ਕੇ ਤੈਥੋਂ ਬਿਨਾ ਹੋਰ ਮੇਰਾ ਜ਼ਿੰਦਗੀ ਦਾ ਕੋਈ ਵੀ ਸਹਾਰਾ ਨਹੀਂ, ਕੋਈ ਵੀ ਮੇਰੀ ਜ਼ਿੰਦਗੀ ਦਾ ਆਸਰਾ ਨਹੀਂ ਹੈ। ਕੇਵਲ ਤੂੰ ਹੀ ਮੇਰੀ ਜ਼ਿੰਦਗੀ ਦਾ ਆਸਰਾ ਹੈ, ਤੂੰ ਹੀ ਮੇਰੀ ਜ਼ਿੰਦਗੀ ਦਾ ਸਹਾਰਾ ਹੈ। ਫਿਰ ਜਿਨ੍ਹਾਂ ਨੇ ਸਹਾਰਾ ਤੱਕਿਆ, ਜਿਨ੍ਹਾਂ ਨੇ ਆਪਣਾ ਦੋਸਤ ਬਣਾਇਆ, ਜਿਨ੍ਹਾਂ ਨੇ ਗੁਰੂ ਤੇ ਟੇਕ ਰੱਖੀ, ਬਾਬਲ ਮੇਰਾ ਵੱਡ ਸਮਰੱਥਾ, ਜਿਨ੍ਹਾਂ ਨੇ ਇਹ ਭਾਵਨਾ ਬਣਾਈ ਨਾ, ਫਿਰ ਚੇਤਾ ਰੱਖਿਓ ਪਿਆਰ ਵਾਲਿਓ, ਉਹਨਾਂ ਕੋਲੇ ਗੁਰੂ ਸਮੇਂ ਮੁਤਾਬਕ ਜਾਂਦਾ ਰਿਹਾ। ਜਿਵੇਂ ਕਿ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਮਾਤਾ ਭਾਗਪਰੀ ਕੋਲ ਜਾਂਦੇ ਆ ਨਾ, ਅੰਦਰ ਦੀ ਭਾਵਨਾ ਵੀ ਕਦੇ ਤੂੰ ਹੀ ਮੇਰੇ ਕੋਲੇ ਆ ਜਾ, ਮੇਰੀ ਤਾਂ ਸਰੀਰਕ ਤਲ ਤੇ ਉਮਰ ਬਹੁਤ ਹੋ ਗਈ ਆ, ਬੁੱਢੀ ਹੋ ਗਈ, ਸ਼ਾਇਦ ਮੈਂ ਤੇਰੇ ਤੱਕ ਨਾ ਪਹੁੰਚ ਸਕਾਂ। ਫਿਰ ਗੁਰੂ ਸਾਹਿਬ ਜੀ ਸ੍ਰੀਨਗਰ ਖੁਦ ਆ ਪਹੁੰਚਦੇ ਨੇ। ਕਦੇ ਮਾਤਾ ਹਰਦੇਈ ਨਿਹਾਲੇ ਖੱਤਰੀ ਦੀ ਮਾਂ, ਮਾਛੀਵਾੜੇ ਦੇ ਰਹਿਣ ਵਾਲੇ। ਫਿਰ ਆਪਾਂ ਨੂੰ ਪਤਾ ਨਾ, ਦਸ਼ਮੇਸ਼ ਪਿਤਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਸ ਮਾਤਾ ਜੀ ਕੋਲ ਵੀ ਖੁਦ ਕਿਸੇ ਬਹਾਨੇ ਬਣਾ ਕੇ ਕਾਰਨ ਪਹੁੰਚਦੇ ਨੇ। ਕੋਈ ਉਹਨਾਂ ਦੀ ਭਾਵਨਾ ਮੁਤਾਬਕ ਸੱਦ ਪੈਂਦੀ ਆ ਨਾ, ਬੁਲਾਵਾ ਪੈਂਦਾ ਗਾ, ਤੇ ਉੱਥੇ ਗੁਰੂ ਆਪ ਹੀ ਪਹੁੰਚਦਾ ਗਾ। ਆਪਾਂ ਨੂੰ ਸਾਰਿਆਂ ਨੂੰ ਉਸ ਇਤਿਹਾਸ ਬਾਰੇ ਪਤਾ। ਚਮਕੌਰ ਦੀ ਜੰਗ ਤੋਂ ਬਾਅਦ ਮਾਛੀਵਾੜੇ ਦੀ ਧਰਤੀ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਲੇਟੇ, ਵਿਸ਼ਰਾਮ ਕੀਤਾ। ਤੇ ਉਹ ਅੱਜ ਵੀ ਆਪਾਂ ਨੂੰ ਪਤਾ, ਗੁਰਦੁਆਰਾ ਚਰਨ ਕਮਲ ਸਾਹਿਬ ਹੈਗਾ, ਉਸ ਸਥਾਨ ਦੇ ਨਾਲ ਹੀ ਬਿਲਕੁਲ ਇੱਕ ਦਰਖਤ ਹੈ ਜਿਹਨੂੰ ਜੰਡ ਦਾ ਦਰਖਤ ਆਪਾਂ ਕਹਿੰਦੇ ਆ। ਉੱਥੇ ਪਾਤਸ਼ਾਹ ਜੀ ਨੇ ਆਰਾਮ ਕੀਤਾ। ਤੇ ਕਦੇ ਮਹਿਸੂਸ ਕਰਕੇ ਵੇਖਿਓ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਥੇ ਆਰਾਮ ਕਰਦੇ ਆ, ਵਿਸ਼ਰਾਮ ਕਰਕੇ ਪਾਤਸ਼ਾਹ ਜੀ ਉੱਥੇ ਹੀ ਆਪਾਂ ਨੂੰ ਪਤਾ ਕੋਲ ਨੇੜੇ ਪੰਜਾਬੇ ਤੇ ਗੁਲਾਬੇ ਦਾ ਬਾਗ ਹੈ, ਤੇ ਬਾਗ ਦੇ ਵਿੱਚ ਹੀ ਖੂਹ ਆ, ਤੇ ਉਹ ਖੂਹ ਅੱਜ ਵੀ ਉੱਥੇ ਸੁਸ਼ੋਭਿਤ ਹੈ, ਜਿਸ ਖੂਹ ਤੇ ਗੁਰੂ ਸਾਹਿਬ ਨੇ ਪਾਣੀ ਪੀਤਾ ਕੁਝ ਟਾਈਮ ਬਾਅਦ, ਕੁਝ ਸਮੇਂ ਬਾਅਦ। ਤੇ ਇੰਨੀ ਗੱਲ ਜ਼ਰੂਰ ਧਿਆਨ 'ਚ ਰੱਖਿਓ ਵੀ ਉਹ ਦਿਨ ਕਿਹੜੇ ਨੇ, ਪੋਹ ਦੇ, ਤੇ ਪੋਹ ਦੇ ਦਿਨਾਂ ਦੇ ਵਿੱਚ ਤੇ ਲੱਗਦੀ ਹੈ ਕਿਸੇ ਨੂੰ, ਪਰ ਇਤਿਹਾਸ ਕਹਿੰਦਾ ਵੀ ਸਾਹਿਬ ਸੱਚੇ ਪਾਤਸ਼ਾਹ ਨੇ ਪਾਣੀ ਜਲ ਸਕਿਆ ਉੱਥੇ। ਉਹਦਾ ਕਾਰਨ ਕੀ ਆ ਵੀ ਗੁਰੂ ਪਾਤਸ਼ਾਹ ਜੀ ਪਿੱਛੋਂ ਤੁਰ ਕੇ ਆਏ ਨਾ। ਮੰਨ ਲਓ ਕੁਝ ਅਜਿਹੇ ਕਾਰਨ ਬਣੇ ਜਿਨ੍ਹਾਂ ਕਾਰਨਾਂ ਕਰਕੇ ਸਾਹਿਬ ਸੱਚੇ ਪਾਤਸ਼ਾਹ ਜੀ ਜੰਗ ਜੁੱਧ ਵਿੱਚੋਂ ਦੀ ਹੁੰਦੇ ਹੋਏ ਨਿਕਲੇ ਨੇ, ਤੁਰ ਕੇ ਆਏ ਨੇ, ਤੇ ਸਰੀਰ ਨੂੰ ਪਾਣੀ ਦੀ ਲੋੜ ਪੈ ਗਈ। ਸਿਆਲ ਦੇ ਵਿੱਚ ਆਪਾਂ ਵੀ ਕੰਮ ਕਰੀਏ ਨਾ ਤੇ ਸਰੀਰ ਪਾਣੀ ਮੰਗਦਾ, ਗਲਾ ਖੁਸ਼ਕ ਹੋ ਜਾਂਦਾ ਗਾ, ਤੇ ਗਲਾ ਪਾਣੀ ਨੂੰ ਆਵਾਜ਼ ਦਿੰਦਾ ਵੀ ਪਾਣੀ ਹੋਵੇ, ਘੁੱਟ ਦੋ ਘੁੱਟਾਂ ਜਿੰਨੀ ਵੀ ਇੱਛਾ ਗਈ। ਇਸ ਕਰਕੇ ਸਾਹਿਬ ਸੱਚੇ ਪਾਤਸ਼ਾਹ ਉਸ ਬਾਗ ਦੇ ਵਿੱਚ ਆਪਣੇ ਪਿਆਰਿਆਂ ਨੂੰ ਮਿਲਦੇ ਨੇ, ਤੇ ਪਿਆਰਿਆਂ ਨੂੰ ਮਿਲਣ ਤੋਂ ਬਾਅਦ ਪੰਜਾਬੇ ਤੇ ਗੁਲਾਬੇ ਨੇ ਸੇਵਾ ਕੀਤੀ ਗੁਰੂ ਸਾਹਿਬ ਜੀ ਦੀ ਲੋੜੀ ਦੀ। ਤੇ ਫਿਰ ਗੁਰੂ ਸਾਹਿਬ ਜੀ ਆਪਾਂ ਨੂੰ ਪਤਾ ਜੋ ਗੁਰਦੁਆਰਾ ਚੁਆਰਾ ਸਾਹਿਬ ਹੈ ਉਧਰ ਗਏ, ਜਿੱਥੇ ਕਿ ਨਿਹਾਲੇ ਖੱਤਰੀ ਦੀ ਮਾਂ ਮਾਤਾ ਹਰਦੇਈ ਕੋਲ ਖੇਸ ਤਿਆਰ ਕੀਤਾ ਗਿਆ ਸੀ ਪੁਸ਼ਾਕ ਵਾਸਤੇ। ਫਿਰ ਉੱਥੇ ਹੀ ਗੁਰੂ ਸਾਹਿਬ ਜੀ ਨੇ ਉਹ ਕੱਪੜਿਆਂ ਦੀ ਪੁਸ਼ਾਕ ਦੀ ਮੰਗ ਕੀਤੀ ਤੇ ਮਾਤਾ ਹਰਦੇਈ ਦੇ ਘਰ ਨੂੰ ਭਾਗ ਲਾਏ। ਤੇ ਮਾਤਾ ਹਰਦੇਈ ਦੀ ਸੱਦ ਨੇ ਗੁਰੂ ਸਾਹਿਬ ਜੀ ਨੂੰ ਦੇਖੋ ਕਿਵੇਂ ਬੁਲਾਇਆ। ਇਹਨੂੰ ਕਹਿੰਦੇ ਨੇ ਦਿਲ ਦਾ ਪਿਆਰ, ਜਿੱਥੇ ਆਪਣਾਪਣ ਹੋਵੇ। ਤੇ ਇੱਕ ਨਹੀਂ ਅਨੇਕਾਂ ਗੁਰੂ ਬਣ ਬੈਠਣ ਵਾਲੇ ਇਸ ਧਰਤੀ ਤੇ ਆਏ ਹੋਣਗੇ, ਪਰ ਮਾਤਾ ਹਰਦੇਈ ਦੀ ਜੋ ਭਾਵਨਾ ਨਾ, ਉਹ ਸ਼ੁੱਧ ਭਾਵਨਾ, ਕਹਿੰਦੀ ਮੇਰਾ ਆਪਣਾ ਨਹੀਂ ਆਇਆ, ਜਿੱਦੇ ਮੇਰਾ ਆਪਣਾ ਆਇਆ ਨਾ ਮੈਂ ਉਹਦੇ ਸੇਵਾ ਕਰਨੀ ਆ, ਭਾਵੇਂ ਮੈਂ ਬੁੱਢੀ ਆ ਪਰ ਮੈਂ ਬਗਾਨੇ ਦੀ ਸੇਵਾ ਨਹੀਂ ਕਰਾਂਗੀ। ਇੱਥੇ ਗੱਲ ਕੀਤੀ ਆ ਕਿਉਂ ਪਰ ਘਰ ਜਾਹੀਂ, ਪਰ ਬਗਾਨਾ ਕਿਉਂ ਮੈਂ ਬਗਾਨੇ ਘਰ ਜਾਵਾਂ, ਮੈਂ ਕਿਉਂ ਬਗਾਨਿਆਂ ਦੇ ਥਾਂ ਤੇ ਦਰ ਤੇ ਭਟਕਾਂ, ਮੈਂ ਨਹੀਂ ਕਦੇ ਜਾਵਾਂ। ਕਾਸ਼ ਕਦੇ ਉਹਨਾਂ ਗੁਰਸਿੱਖਾਂ ਵਰਗੀ ਸਾਡੀ ਸੁੱਧ ਭਾਵਨਾ ਬਣ ਜਾਵੇ,
ਉਹਨਾਂ ਰੱਬੀ ਪਿਆਰਿਆਂ ਵਰਗੀ ਸਾਡੀ ਭਾਵਨਾ ਬਣ ਜਾਵੇ। ਫਿਰ ਉੱਥੇ ਹੀ ਗੁਰੂ ਪਾਤਸ਼ਾਹ ਜੀ ਦੀ ਇਹੀ ਪੁਸ਼ਾਕ ਨੀਲੇ ਰੰਗ ਨਾਲ ਰੰਗੀ ਗਈ। ਉਹ ਵੀ ਸੇਵਾਦਾਰਾਂ ਨੇ ਖੁਦ ਆਪ ਹੀ ਰੰਗੀ ਹੈ। ਜਿਸ ਮੱਟੀ ਦੇ ਵਿੱਚ ਰੰਗ ਤਿਆਰ ਕੀਤਾ, ਅੱਜ ਉਹ ਮੱਟੀ ਵੀ ਉਸ ਥਾਂ ਤੇ ਸੰਭਾਲ ਕੇ ਰੱਖੀ ਹੋਈ ਆ। ਚਲੋ ਉਹਨਾਂ ਮੱਟੀਆਂ ਦੇ ਵਿੱਚੋਂ ਬੇਸ਼ੱਕ ਸਾਨੂੰ ਕੁਝ ਨਹੀਂ ਮਿਲਦਾ ਨਾ ਇਤਿਹਾਸਕ ਚੀਜ਼ਾਂ ਦੇ ਵਿੱਚੋਂ, ਪਰ ਉਹ ਇਤਿਹਾਸਕ ਚੀਜ਼ਾਂ ਸਾਨੂੰ 400-500 ਸਾਲ ਪਿੱਛੇ ਲੈ ਜਾਂਦੀਆਂ ਨੇ ਵੀ ਇਹ ਮੱਟੀ ਦੇ ਹੱਥ ਮੇਰੇ ਗੁਰੂ ਦੇ ਲੱਗੇ ਨੇ ਤੇ ਇਸ ਮੱਟੀ ਦੇ ਵਿੱਚ ਮੇਰੇ ਗੁਰੂ ਦੇ ਤਨ ਤੇ ਪਹਿਨੀ ਹੋਈ ਪੁਸ਼ਾਕ ਦਾ ਰੰਗ ਚਾੜਿਆ ਗਿਆ। ਤੇ ਇਹ ਪਿਆਰ ਆ। ਵੈਸੇ ਖੇਸ ਦੀ ਕੋਈ ਗੱਲ ਨਹੀਂ, ਪੁਸ਼ਾਕ ਦੀ ਕੋਈ ਗੱਲ ਨਹੀਂ, ਪਰ ਇੱਕ ਪਿਆਰ ਸੀ। ਉਹ ਪਿਆਰ ਦੀ ਖਿੱਚ, ਉਹ ਪਿਆਰ ਦੀ ਸੱਦ, ਉਹ ਪਿਆਰ ਦਾ ਬੁਲਾਵਾ ਗੁਰੂ ਨੂੰ ਮਾਤਾ ਹਰਦੇਈ ਦੇ ਕੋਲ ਲੈ ਗਿਆ। ਇਸੇ ਕਰਕੇ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਸਾਡਾ ਜਿੱਥੇ ਆਪਣਾ ਹੋਵੇ ਨਾ ਤੇ ਉੱਥੇ ਹੀ ਰਹਿਣਾ ਚਾਹੀਦਾ, ਤੇ ਜਿੱਥੇ ਸਾਨੂੰ ਆਪਣੇਪਣ ਦਾ ਅਹਿਸਾਸ ਵੀ ਨਹੀਂ ਕਰਾਇਆ ਜਾਂਦਾ ਨਾ ਤੇ ਉੱਥੇ ਨਹੀਂ ਕਦੇ ਜਾਣਾ ਚਾਹੀਦਾ। ਤੇ ਜਿਹੜੇ ਗੁਰੂ ਕੋਲੇ ਆਪਾਂ ਬੈਠੇ ਆ ਨਾ ਪਿਆਰ ਵਾਲਿਓ, ਇਹ ਸਾਡਾ ਆਪਣਾ ਆਪਦਾ ਹੈਗਾ। ਮਾਣ ਹੋਵੇ ਸਾਨੂੰ, ਇਹ ਸਾਡਾ ਸਾਰਿਆਂ ਦਾ ਆਪਣਾ ਆਪਦਾ ਗੁਰੂ ਹੈਗਾ। ਤੇ ਜਿੱਥੇ ਇਹ ਗੁਰੂ ਦੇ ਸ਼ਰੀਕ ਬੈਠਿਆ ਨਾ, ਉੱਥੇ ਮਾਫ ਕਰਨਾ ਤੇ ਉੱਥੋਂ ਦੀ ਜਿਹੜੀ ਰੂਲ ਨੇ, ਉੱਥੋਂ ਦੇ ਜਿਹੜੇ ਨਿਯਮ ਨੇ, ਉਹ ਕਿਸ ਤਰ੍ਹਾਂ ਦੇ ਨੇ, ਕੇਵਲ ਉਹ ਵੱਡਿਆਂ ਦਾ ਹੈਗਾ, ਸਾਡਾ ਨਹੀਂ ਹੈ। ਉਹ ਅਮੀਰਾਂ ਦਾ ਹੋ ਸਕਦਾ, ਸਾਡਾ ਨਹੀਂ ਹੋ ਸਕਦਾ। ਆਪਣੇ ਆਸੇ ਪਾਸੇ ਨਿਗਾਹ ਮਾਰ ਕੇ ਵੇਖ ਲਓ ਕਿੰਨੇ ਡੇਰੇ ਨੇ, ਜਿਨ੍ਹਾਂ ਡੇਰਿਆਂ ਦੇ ਵਿੱਚ ਜਾਤ ਪਾਤ ਦਾ ਜ਼ਿਕਰ ਕੀਤਾ ਜਾਂਦਾ ਤੇ ਪੁੱਛੀ ਵੀ ਜਾਂਦੀ ਹੈ, ਤੂੰ ਕੌਣ ਆ, ਕਿੱਥੋਂ ਆਇਆ, ਕੀ ਗੱਲ ਆ, ਕੀ ਬਾਤ ਆ। ਤੇ ਵੱਡੇ ਵੱਡੇ ਲੀਡਰਾਂ ਦੀਆਂ ਗੱਡੀਆਂ ਸਿੱਧੀਆਂ ਅੰਦਰ ਜਾਂਦੀਆਂ ਨੇ, ਜਹਾਜ਼ ਸਿੱਧੇ ਡੇਰਿਆਂ 'ਚ ਉਤਰਦੇ ਨੇ, ਉਹਨਾਂ ਨੂੰ ਨਹੀਂ ਕਦੇ ਪੁੱਛਿਆ ਜਾਂਦਾ। ਕਿਉਂ? ਕਿਉਂਕਿ ਉਹਨਾਂ ਦੀ ਸਹਿ ਤੇ ਉਹਨਾਂ ਦੇ ਸਿਰ ਤੇ ਉਹਨਾਂ ਦੇ ਡੇਰੇ ਚੱਲਦੇ ਆ ਭਾਈ। ਉਹਨਾਂ ਦਾ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਵਰਤਣ ਦਾ ਢੰਗ ਆ। ਉਹ ਆਪਾਂ ਗੱਲ ਪਹਿਲਾਂ ਕਰ ਲਈ। ਜਿਹੜਾ ਤੂੰ ਸੱਜਣ ਚੁਣੇਗਾ ਨਾ ਆਪਣੇ ਵੱਲੋਂ, ਉਹ ਤੈਨੂੰ ਵਰਤੇਗਾ। ਇਹ ਸੱਚ ਆ ਵੀ ਅੱਜ ਜਿਹੜਾ ਵੀ ਸਾਡਾ ਮਿੱਤਰ ਹੁੰਦਾ, ਜਿਹੜਾ ਸਾਡਾ ਸੱਜਣ ਹੁੰਦਾ ਨਾ, ਉਹ ਇੰਨੀ ਚਲਾਕੀ ਨਾਲ ਚੱਲਦਾਗਾ, ਸਾਨੂੰ ਵਰਤ ਜਾਂਦਾ, ਸਾਨੂੰ ਪਤਾ ਨਹੀਂ ਲੱਗਦਾਗਾ। ਪਰ ਜਦੋਂ ਅਸੀਂ ਗੁਰੂ ਨੂੰ ਸੱਜਣ ਬਣਾ ਲਿਆ, ਫਿਰ ਸਾਨੂੰ ਕੋਈ ਵਰਤ ਨਹੀਂ ਸਕੇਗਾ। ਇਹ ਸੱਚ ਆ। ਇੱਕ ਛੋਟਾ ਜਿਹਾ ਵਿੱਚੋਂ ਦ੍ਰਿਸ਼ਟਾਂਤ ਲੈ ਲਓ, ਕਿਵੇਂ ਨਹੀਂ ਵਰਤ ਸਕੇਗਾ। ਉਹ ਆਪਾਂ ਸਾਰੇ ਸਮਝਦੇ ਆ ਵੀ ਚਲਾਕ ਲੋਕ ਕਿਵੇਂ ਸਾਨੂੰ ਵਰਤ ਜਾਂਦੇ ਨੇ। ਹੁਣ ਲੀਡਰ ਇੱਥੇ ਇਸੇ ਸ਼ਬਦ ਦੇ ਵਿੱਚ ਅੱਗੇ ਆਉਂਦਾ ਨਾ ਜਾ ਕੇ, ਅੰਨਾ ਆਗੂ ਜੇਥੀ ਹੈ। ਉੱਥੇ ਆਗੂ ਦਾ ਜ਼ਿਕਰ ਮਾਫ ਕਰਨਾ, ਸਾਡੀ ਕੋਈ ਘੜੀ ਘੜਾਈ ਗੱਲ ਨਹੀਂ ਵੀ ਅਸੀਂ ਆਪ ਖੁਦ ਘੜੀ ਆ। ਗੁਰੂ ਕਹਿੰਦਾਗਾ ਵੀ ਜੇ ਆਗੂ ਅੰਨਾ ਹੋਇਆ, ਦੋਸਤ ਅੰਨਾ ਹੋਇਆ, ਫਿਰ ਕੀ ਬਣੂ ਤੇਰਾ। ਹੁਣ ਜਿਹੜੇ ਅੰਨੇ ਆਗੂ ਦੀ ਗੱਲ ਗੁਰੂ ਨੇ ਕੀਤੀ ਹੈ ਨਾ, ਉਹ ਚਲਾਕ ਲੋਕ ਨੇ। ਉਦਾਂ ਉਹ ਸਰੀਰ ਕਰਕੇ ਅੱਖਾਂ ਤੋਂ ਅੰਨੇ ਨਹੀਂ ਹਨ, ਉਹ ਚਲਾਕ ਨੇ। ਉਹਨਾਂ ਦੀਆਂ ਚਲਾਕੀਆਂ, ਉਹਨਾਂ ਦੀ ਅਗਿਆਨ ਨੂੰ ਗੁਰੂ ਸਾਹਿਬ ਨੇ ਅੰਧੇਪਣ ਦਾ ਜ਼ਿਕਰ ਕੀਤਾ ਵੀ ਉਹ ਅੰਨੇ ਨੇ ਭਾਈ। ਇੰਨੇ ਕੋ ਚਲਾਕ ਨੇ, ਉਹ ਸਾਨੂੰ 5 ਸਾਲਾਂ ਬਾਅਦ ਵਰਤ ਜਾਂਦੇ ਨੇ, ਸਾਨੂੰ ਪਤਾ ਨਹੀਂ ਲੱਗਦਾਗਾ। ਜੇ ਪਤਾ ਲੱਗਦਾ ਤਾਂ ਦੱਸੋ। ਬਿਲਕੁਲ ਹੀ ਜੱਜਮੈਂਟ ਨਹੀਂ ਹੁੰਦੀਗੀ। 4 ਸਾਲ ਸਾਨੂੰ ਕੁੱਟਦੇ ਨੇ, 1 ਸਾਲ ਸਾਨੂੰ ਪਲੋਸਦੇ ਨੇ। 4 ਸਾਲਾਂ ਦੇ ਛਿੱਤਰਾਂ ਨੂੰ ਅਸੀਂ ਭੁੱਲ ਜਾਂਦੇ ਆ, 4 ਸਾਲਾਂ ਦੀਆਂ ਤਕਲੀਫਾਂ ਨੂੰ ਅਸੀਂ ਭੁੱਲ ਜਾਂਦੇ ਆ, ਤੇ 1 ਸਾਲ ਦੇ ਥੋੜੇ ਜਿਹੇ ਲਾਲਚ ਦੇ ਉੱਤੇ ਡੁੱਲ ਜਾਂਦੇ ਆ। ਤੇ ਫਿਰ ਦੇਖਿਓ ਕਿਹੋ ਜਿਹਾ ਪੱਖ ਬਣਦਾਗਾ। ਆਉਣ ਵਾਲੇ ਸਮੇਂ ਵਿੱਚ ਫਿਰ ਅਸੀਂ ਛਿੱਤਰ ਖਾਂਦੇ ਆ। ਇੱਥੇ ਗੁਰੂ ਨੇ ਕੀਤੀ ਗੱਲ ਸੱਜਣ ਦੀ ਤੇ ਆਗੂ ਦੀ। ਆਗੂ ਵੀ ਸਾਡਾ, ਉਹ ਸਾਡੇ ਸੱਜਣ ਵੀ ਨੇ, ਸਾਨੂੰ ਮਾਣ ਵੀ ਆ। ਉਹ ਮੇਰਾ ਜੀ ਫਲਾਨਾ ਬੰਦਾ ਗਾ, ਮੇਰਾ ਆਪਦਾ ਦੋਸਤ ਆ, ਮੇਰਾ ਮਿੱਤਰ ਆ, ਮੇਰੀ ਸਿੱਧੀ ਬਣਦੀ, ਉਹਦੇ ਨਾਲ ਗੱਲ ਹੀ ਕੋਈ ਨਹੀਂ। ਇਹ ਆ ਹੋਣ ਵਾਲਾ ਚੇਅਰਮੈਨ ਤਾਂ ਆਪਣਾ ਆਪਦਾ ਕਰ ਦਾਂਗੇ, ਘੰਟਾ ਕਮਾ ਆਪਾਂ। ਨਾ, ਜੇ ਗੁਰੂ ਦੀ ਮੱਤ ਮੁਤਾਬਕ ਚੱਲੀਏ ਨਾ, ਕੋਈ ਲੀਡਰ, ਕੋਈ ਚੇਅਰਮੈਨ, ਕੋਈ ਸਰਪੰਚ, ਕੋਈ ਪੰਚ, ਕੋਈ MLA, ਕੋਈ ਕੈਬਨਿਟ ਮੰਤਰੀ ਤੁਹਾਡਾ ਕੁਛ ਨਹੀਂ ਵਿਗਾੜ ਸਕਦਾਗਾ। ਨਾ ਕਿਸੇ ਕੋਲ ਹਿੰਮਤ ਆ। ਇਹ ਤਾਂ ਗੁਰੂ ਦੀ ਨਿਗਾਹ ਪੁੱਠੀ ਪੈ ਜੇ ਨਾ, ਇਹ ਤਾਂ ਵੱਡੇ ਵੱਡੇ ਮੰਤਰੀਆਂ ਨੂੰ ਜੇਲਾਂ ਵਿਖਾਉਂਦਾ ਗਾ, ਵੱਡੇ ਵੱਡੇ ਮੰਤਰੀਆਂ ਨੂੰ ਗਧੀਗੜ ਪਾਉਂਦਾਗਾ। ਬਸ ਇੰਨਾ ਕੁ ਡਰ ਜ਼ਰੂਰ ਰੱਖਣਾ ਵੀ ਮੇਰੀ ਗੁਰੂ ਨਾ ਬਣ ਜਾਵੇ, ਹੋਰ ਭਾਵੇਂ ਕਿਸੇ ਨਾਲ ਬਣੇ ਤੇ ਭਾਵੇਂ ਨਾ ਬਣੇ। ਇੰਨਾ ਕੁ ਜ਼ਰੂਰ ਧਿਆਨ ਰੱਖਣਾ। ਇਸੇ ਕਰਕੇ ਗੁਰੂ ਸਾਹਿਬ ਜੀ ਨੇ ਕਿਹਾਗਾ, ਤਖਤ ਰਾਜਾ ਸੋ ਬਹਿ ਜੇ ਤਖਤ ਲਾਇਕ ਹੋਏ। ਮੇਰਾ ਬਾਬਾ ਸਾਰਿਆਂ ਦੇ ਵਿਚਾਲੇ ਬੈਠਾ, ਤਖਤ ਤੇ ਬੈਠਾਗਾ। ਉਹ ਤਖਤ ਕਿਹਦਾ? ਉਹ ਅਕਾਲ ਪੁਰਖ ਵਾਹਿਗੁਰੂ ਤਖਤ ਹੈਗਾ। ਇੱਕ ਤਾਂ 6ਵੇਂ ਪਾਤਸ਼ਾਹ ਨੇ ਤਖਤ ਬਣਾਇਆ ਨਾ, ਆਪਾਂ ਹੁਣੇ ਜ਼ਿਕਰ ਕੀਤਾ ਵੀ ਹਰਮੰਦਰ ਸਾਹਿਬ ਦੇ ਬਿਲਕੁਲ ਐਨ ਸਾਹਮਣੇ ਅਕਾਲ ਤਖਤ।
ਤੇ ਉਸ ਤਖਤ ਦਾ ਨਾਮ ਗੁਰੂ ਨੇ ਅਕਾਲ ਤਖਤ ਰੱਖਿਆ। ਅਕਾਲ ਪੁਰਖ ਦਾ ਤਖਤ। ਇਹ ਹਰਗੋਬਿੰਦ ਦਾ ਤਖਤ ਨਹੀਂ, ਇਹ ਗੁਰੂ ਅਰਜਨ ਸਾਹਿਬ ਦਾ ਤਖਤ ਨਹੀਂ, ਇਹ ਤਖਤ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਜੀ ਦਾ ਨਹੀਂਗਾ ਨਾ, ਇਹ ਤਖਤ ਅਕਾਲ ਦਾ ਤਖਤ ਆਗਾ। ਤੇ ਉਹ ਤਖਤ ਹਰ ਇੱਕ ਪਿੰਡ ਦੇ ਵਿੱਚ ਬਣਿਆ ਪਿਆ। ਤੇ ਸਾਡੀ ਮਾੜੀ ਨੀਅਤ ਕਰਕੇ ਇਹ ਤਖਤ ਇੱਕ ਇੱਕ ਪਿੰਡ 'ਚ ਕਈ ਬਣ ਗਏ, ਨੀਅਤ ਮਾੜੀ ਹੋਣ ਕਰਕੇ। ਜਿੱਥੇ ਸਾਡੀ ਕਿਸੇ ਤਰ੍ਹਾਂ ਦੀ ਗੜਬੜ ਹੋ ਗਈ, ਨਾਲ ਦੀ ਨਾਲ ਬੰਦਾ ਝੰਡਾ ਚੜਾ ਆਉਂਦਾ, ਕਹਿੰਦਾ ਲਓ ਜੀ ਆਪਾਂ ਆਪਦਾ ਗੁਰਦੁਆਰਾ ਬਣਾ ਲੈਣਾ। ਏਡੀ ਕਿੱਡੀ ਗੱਲ ਆ। ਅੱਜ ਬੰਦੇ ਨੇ ਟਿੱਚੀ ਮੰਨ ਲਿਆ ਤੇ ਏਡੇ ਵੱਡੇ ਤਖਤ ਨੂੰ। ਤੇ ਪਰ ਗੁਰੂ ਕਿਰਪਾ ਕਰੇ ਸਾਨੂੰ ਇਸ ਗੱਲ ਦੀ ਸਮਝ ਆ ਜਾਵੇ। ਪਾਤਸ਼ਾਹ ਜੋ ਕਹਿਣਾ ਚਾਹੁੰਦੇ ਸੀ ਵੀ ਤੇਰੇ ਅੰਦਰ ਦਿਲੋਂ ਪਿਆਰ ਹੋਵੇ, ਦਿਲ ਦੀ ਗਹਿਰਾਈ ਦੇ ਵਿੱਚੋਂ ਤੂੰ ਗੁਰੂ ਨਾਲ ਪਿਆਰ ਕਰ। ਕਿਹੋ ਜਿਹਾ ਪਿਆਰ ਕਰਨਾ? ਮਾਤਾ ਭਾਗ ਭਰੀ ਵਰਗਾ। ਆਪਾਂ ਹੁਣੇ ਦ੍ਰਿਸ਼ਟਾਂਤ ਲੈਤਾ ਹੈਗਾ, ਗੁਰੂ ਆਪ ਚੱਲ ਕੇ ਜਾਂਦਾ, ਮਾਤਾ ਹਰਦੇਈ ਵਰਗਾ। ਇਦਾਂ ਦਾ ਪਿਆਰ ਕਰਨਾ ਨਾ ਗੁਰੂ ਨਾਲ, ਇਦਾਂ ਦਾ ਪਿਆਰ ਹੋਵੇ ਮਾਤਾ ਹਰਦੇਈ ਵਾਂਗੂ। ਤੇਰੇ ਕੋਲੇ ਗੁਰੂ ਖੁਦ ਚੱਲ ਕੇ ਆਵੇ। ਭਾਈ ਗੁਰਦਾਸ ਨੇ ਕੀ ਲਿਖਿਆ? ਚਾਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਇਹ ਗੱਲ ਨਹੀਂ ਵੀ ਜੇ ਗੱਲ ਲਿਖਤੀ ਨਾ ਤੇ ਗੁਰੂ ਇਦਾਂ ਦਾ ਪੱਖ ਨਾ ਪੂਰੇ। ਫਿਰ ਗੁਰੂ ਨੇ ਕਿਹਾ ਹੈਗਾ ਗੁਰ ਸਿੱਖਾਂ ਅੰਦਰ ਸਤਿਗੁਰ ਵਰਤੈ। ਫਿਰ ਜਿਹੜੇ ਗੁਰੂ ਦੇ ਸਿੱਖ ਨਾ ਗੁਰੂ ਦੀ ਸਿੱਖਿਆ ਮੁਤਾਬਕ ਚੱਲਦੇ ਨੇ, ਫਿਰ ਉਹਨਾਂ ਦੇ ਅੰਦਰ ਭਾਈ ਮੇਰਾ ਵਾਸਾ ਹੋ ਜਾਂਦਾ। ਮੈਂ ਉਹਨਾਂ ਦੇ ਰਾਹੀਂ ਖੁਦ ਇਸ ਸੰਸਾਰ ਵਿੱਚ ਵਰਤਦਾ ਹਾਂ, ਉਹਨਾਂ ਦੇ ਰਾਹੀਂ ਮੈਂ ਸਾਰੇ ਕੰਮ ਕਰ ਜਾਂਦਾ। ਗੁਰ ਸਿੱਖਾਂ ਅੰਦਰ ਸਤਿਗੁਰ ਵਰਤੈ। ਫਿਰ ਪਾਤਸ਼ਾਹ ਜੀ ਕਹਿੰਦੇ ਭਾਈ ਆਪਣੀ ਜ਼ਿੰਦਗੀ ਨੂੰ ਸਵਾਰ। ਬਸ ਵਿਸ਼ਾ ਕੀ ਆ? ਸੱਜਣ ਐਸਾ ਬਣਾ ਜਿਹੜਾ ਸੱਜਣ ਤੈਨੂੰ ਹਮੇਸ਼ਾ ਲਈ ਉਤਸ਼ਾਹ ਦੇ ਵਿੱਚ ਲੈ ਕੇ ਆਵੇ, ਚੜ੍ਹਦੀ ਕਲਾ ਦੇ ਵਿੱਚ ਲੈ ਕੇ ਆਵੇ। ਨਾਨਕ ਭਗਤਾਂ ਸਦਾ ਵਿਗਾਸ ਦਾ ਧਾਰਨੀ ਬਣਾਵੇ। ਸਦਾ ਵਿਗਾਸ, ਸਦਾ ਆਨੰਦ, ਸਦਾ ਖੇੜਾ, ਸਦਾ ਹੀ ਚੜ੍ਹਦੀ ਕਲਾ। ਤੇ ਗੁਰੂ ਦੇ ਸਿੱਖਾਂ ਦੇ ਤਾਂ ਇੰਨੀਆਂ ਵਿਪਤਾਵਾਂ ਪੈ ਗਈਆਂ ਵੀ ਉਹ ਢਹਿੰਦੀ ਕਲਾ ਵਿੱਚ ਨਹੀਂ ਕਦੇ ਵੀ ਆਏ, ਚੜ੍ਹਦੀ ਕਲਾ ਵਿੱਚ ਹੀ ਰਹੇ ਨੇ। ਪਰ ਕਦੇ ਸਾਡੇ ਜੀਵਨ ਵਿੱਚ ਉਹ ਸਾਰੇ ਦਾ ਸਾਰਾ ਨਮੂਨਾ ਫਿਲਮ ਆ ਜਾਵੇ ਨਾ, ਫਿਰ ਅਸੀਂ ਚੜ੍ਹਦੀ ਕਲਾ ਵਿੱਚ ਰਹਿ ਸਕਦੇ ਹਾਂ। ਸਾਡੀ ਜ਼ਿੰਦਗੀ ਦੇ ਵਿੱਚ ਕਿਹੋ ਜਿਹਾ ਪੱਖ ਆਵੇ? ਨਾਨਕ ਭਗਤਾਂ ਸਦਾ ਵਿਗਾਸ। ਇੱਕ ਮੈਂ ਇੱਥੇ ਗੱਲ ਥੋੜੀ ਜਿਹੀ ਹੋਰ ਕਹਾਂਗਾ, ਵਿਸ਼ਾ ਆਪਣਾ ਮਿੱਤਰ ਦਾ। ਵੀ ਸਾਡੀ ਜ਼ਿੰਦਗੀ ਦੇ ਵਿੱਚ ਸਾਡਾ ਮਿੱਤਰ ਕਿਹੋ ਜਿਹਾ ਹੋਣਾ ਚਾਹੀਦਾ? ਉਹ ਹੋਣਾ ਚਾਹੀਦਾ ਜਿਹੜਾ ਸਾਨੂੰ ਉਤਸ਼ਾਹ ਦੇ ਵਿੱਚ ਲੈ ਕੇ ਆਵੇ, ਜਿਹੜਾ ਚੜ੍ਹਦੀ ਕਲਾ ਦੇ ਵਿੱਚ ਲੈ ਕੇ ਆਵੇ, ਜਿਹੜਾ ਸਾਨੂੰ ਸਾਡਾ ਮਿੱਤਰ ਨਾ ਹਮੇਸ਼ਾ ਉਦਮ ਉਪਰਾਲੇ ਦੀਆਂ ਗੱਲਾਂ ਦੱਸੇ, ਹਿੰਮਤ ਦੀਆਂ ਗੱਲਾਂ ਦੱਸੇ। ਸਾਡੇ ਮੂਹਰੇ ਨਾ ਚੋਗਾ ਪਾਉਣ ਦੀ ਬਜਾਏ ਤੇ ਸਾਨੂੰ ਉਹ ਖੁਦ ਚੋਗੇ ਦੀ ਭਾਲ ਕਰਨ ਦਾ ਤਰੀਕਾ ਦੱਸੇ। ਸਾਨੂੰ ਉਹ ਮਿੱਤਰ ਨਹੀਂ ਚਾਹੀਦਾ ਜਿਹੜਾ ਸਾਡੇ ਮੂਹਰੇ ਦਾਣੇ ਖਿਲਾਰ ਦੇ ਵੀ ਖਾਲਾ। ਸਾਨੂੰ ਉਹ ਮਿੱਤਰ ਚਾਹੀਦਾ ਜਿਹੜਾ ਕਹੇ ਮੈਂ ਦਾਣੇ ਨਹੀਂ ਪਾਉਣੇ, ਇਹਨਾਂ ਦਾਣਿਆਂ ਦੀ ਤਲਾਸ਼ ਤੂੰ ਖੁਦ ਕਰ। ਇੱਥੇ ਛੋਟਾ ਜਿਹਾ ਪੁਆਇੰਟ ਹੈਗਾ। ਵੈਸੇ ਤੁਸੀਂ ਸਾਰੇ ਸਿਆਣੇ ਹੋ, ਸੂਝਵਾਨ ਹੋ, ਗੱਲ ਨੂੰ ਧਿਆਨ ਨਾਲ ਸੁਣਿਓ। ਸਾਡੇ ਇਸੇ ਹੀ ਧਰਤੀ ਤੇ ਨਾ ਖੰਭਾਂ ਵਾਲੇ ਕਿੰਨੇ ਪੰਛੀ ਨੇ, ਜਿਨ੍ਹਾਂ ਦੇ ਖੰਭ ਹੁੰਦੇ ਆ ਨਾ, ਕਿੰਨੇ ਨੇ। ਹੁਣ ਉਹ ਖੰਭ ਕਾਹਦੇ ਵਾਸਤੇ ਲਾਏ ਨੇ? ਉੱਡਣ ਵਾਸਤੇ, ਉਡਾਰੀ ਮਾਰਨ ਵਾਸਤੇ। ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਦੇ ਲਈ ਪੰਛੀ ਉਹਨਾਂ ਖੰਭਾਂ ਦੀ ਵਰਤੋਂ ਕਰਦੇ ਆ। ਪਰ ਸਾਡੇ ਹੀ ਇਸ ਘਰ ਦੇ ਵਿੱਚ, ਇਸੇ ਧਰਤੀ ਤੇ ਉਹ ਪੰਛੀ ਵੀ ਅਸੀਂ ਦੇਖਦੇ ਆ ਜਿਹੜੇ ਆਕਾਸ਼ ਵਿੱਚ ਖੰਭ ਹੋਣ ਦੇ ਬਾਵਜੂਦ ਉੱਡ ਨਹੀਂ ਸਕਦੇ। ਨਿਗਾਹ ਮਾਰ ਕੇ ਵੇਖੋ ਕੌਣ ਆ? ਘੁੱਗੀਆਂ, ਗਟਾਰਾਂ, ਕਬੂਤਰ, ਚਿੜੀਆਂ, ਮੋਰ, ਤੋਤੇ, ਜਿੰਨੇ ਮਰਜੀ ਪੰਛੀ ਲਾ ਲਓ, ਜਿਨ੍ਹਾਂ ਦੇ ਖੰਭ ਨੇ, ਇੱਕ ਥਾਂ ਤੋਂ ਦੂਜੀ ਥਾਂ ਤੇ ਉਹ ਆਪਣੇ ਖੰਭਾਂ ਦੇ ਆਸਰੇ ਉੱਡ ਕੇ ਜਾਂਦੇ ਨੇ। ਆਪਣੇ ਆਲਣੇ ਤੋਂ ਚੋਗੇ ਲਈ ਉਹ ਦੂਰ ਕਿਲੋਮੀਟਰ, 2 ਕਿਲੋਮੀਟਰ, 4-5 ਜਿੰਨੀ ਵੀ ਉਹਨਾਂ ਦੀ ਇੱਛਾ, ਉਹ ਅੱਗੇ ਲੰਘ ਜਾਂਦੇ ਨੇ। ਪਰ ਇਸੇ ਹੀ ਧਰਤੀ ਤੇ ਸਾਡੇ ਹੀ ਘਰ ਦੇ ਵਿੱਚ ਉਹ ਵੀ ਪੰਛੀ ਆ ਜਿਹੜੇ ਆਪਣੇ ਖੰਭਾਂ ਦੀ ਵਰਤੋਂ ਨਹੀਂ ਕਰਦੇ। ਉਹ ਵਿਚਾਰੇ
ਕੀ ਹੋ ਗਏ, ਆਲਸੀ ਹੋ ਗਏ। ਉਹ ਕਿਹੜਾ ਪੰਛੀ ਆ, ਕੁਕੜੀਆਂ। ਕਦੇ ਦੇਖਿਓ ਵੀ ਕੁਕੜੀ ਇਥੋਂ ਉਡਾਰੀ ਮਾਰ ਕੇ 10 ਘਰ 20 ਘਰ 100 ਘਰ ਉੱਡ ਕੇ ਜਾਂਦੀ ਹੈ ਕਿ ਨਹੀਂ ਜਾਂਦੀ? ਨਾ, ਉਹਦੀ ਸਮਰੱਥਾ ਖਤਮ ਹੋ ਗਈ ਉਡਾਰੀ ਮਾਰਨ ਦੀ। ਉਹ ਆਪਣਾ weight ਲੈ ਕੇ, ਆਪਣਾ ਵਜਨ ਲੈ ਕੇ ਖੁਦ ਉਡਾਰੀ ਮਾਰਨੋਂ ਹਟ ਗਈ। ਨਹੀਂ, ਹੁਣ ਕੁਕੜੀ ਨਾਲੋਂ ਮੋਰ ਦਾ ਆਕਾਰ ਵੱਡਾ ਗਾ, ਪਰ ਮੋਰ ਵੀ ਆਕਾਸ਼ ਵਿੱਚ ਉੱਡਣ ਦੀ ਸਮਰੱਥਾ ਰੱਖਦਾ। ਉਹਦੇ ਕੋਲੇ ਵੀ ਸਮਰੱਥਾ, ਤਾਕਤ ਹੈ, ਠੀਕ ਆ। ਉਹ ਅਲੱਗ ਵਿਸ਼ਾ ਗਾ ਵੀ ਅੱਜ ਸਾਡੇ ਸਮਾਜ ਵਿੱਚ ਮੋਰ ਖਤਮ ਹੋ ਗਏ। ਉਹਨਾਂ ਦੇ ਖਤਮ ਹੋਣ ਦਾ ਕੁਝ ਕੁ ਸਾਡੀਆਂ ਹਰਕਤਾਂ ਤੇ ਕੁਝ ਕਾਰਨ ਇਹ ਬਣ ਗਿਆ ਵੀ ਉਹਨਾਂ ਵਿਚਾਰਿਆਂ ਦੇ ਖੰਭ ਲੰਬੇ ਨੇ ਤੇ ਤਾਰਾਂ ਦਾ ਸਾਡੇ ਸਮਾਜ ਵਿੱਚ ਜਾਲ ਪੈ ਗਿਆ ਬਿਜਲੀ ਦਾ। ਉਹਨਾਂ ਦੇ ਖੰਭ ਤਾਰਾਂ ਨਾਲ ਜੁੜ ਜਾਂਦੇ ਨੇ ਤੇ ਖੁਦ ਮਰ ਜਾਂਦੇ ਨੇ। ਉਹਨਾਂ ਦੇ ਘਟਣ ਦਾ ਕਾਰਨ ਇਹ ਬਣ ਗਿਆ, ਜੰਗਲਾਂ ਵਿੱਚ ਬੜੇ ਨੇ, ਇੱਕ ਥਾਂ ਤੋਂ ਦੂਜੀ ਥਾਂ ਤੇ ਉੱਡ ਕੇ ਹੋ ਜਾਂਦੇ ਨੇਗੇ। ਪਰ ਉਦੋਂ ਵੱਧ ਵਜਨ ਵਾਲੇ ਪੰਛੀ ਵੀ ਆਕਾਸ਼ ਵਿੱਚ ਘੰਟਾ 2-2 ਘੰਟੇ ਉੱਡ ਪੈਂਦੇ ਨੇ, ਪਰ ਕੁਕੜੀ ਕਿਉਂ ਨਹੀਂ ਉੱਡਦੀ? ਇਹਦਾ ਕਾਰਨ ਕੀ ਬਣ ਗਿਆ? ਬੇਸ਼ੱਕ ਇੱਥੇ ਉਦਾਹਰਨ ਆਪਾਂ ਕੁਕੜੀ ਦੀ ਲਾਈ ਹੈ, ਪਰ ਗੱਲ ਉਹ ਆਪਣੀ ਹੋਵੇਗੀ। ਜਿਹੜੇ ਆਜ਼ਾਦ ਪੰਛੀ ਆ ਨਾ, ਜਿਹੜੇ ਆਕਾਸ਼ ਵਿੱਚ ਉੱਡਦੇ ਨੇ, ਗੁਲਾਮ ਪੰਛੀਆਂ ਨੂੰ ਛੱਡ ਕੇ ਆਕਾਸ਼ ਵਿੱਚ ਉੱਡਣ ਵਾਲੇ, ਉਹ ਇਉਂ ਮੰਨ ਲਓ ਵੀ ਗੁਰੂ ਦੀ ਮੱਤ ਮੁਤਾਬਕ ਆਪਣਾ ਚੋਗਾ ਆਪ ਲੱਭਦੇ ਨੇ, ਜਾ ਕੇ ਆਪਣਾ ਖਾਣਾ ਆਪ ਲੱਭਦੇ ਨੇ। ਉਹ ਹਿੰਮਤੀ ਪੰਛੀ ਨੇ ਉਹ। ਪਰ ਜਿਹੜੀ ਕੁਕੜੀ ਆ ਨਾ, ਉਹ ਚਾਟ ਤੇ ਗਿੱਜ ਗਈ ਭਾਈ, ਉਹਨੂੰ ਦਾਣੇ ਪਾਉਣ ਲੱਗ ਗਏ, ਉਹ ਆਲਸੀ ਹੋ ਗਈ ਵਿਚਾਰੀ। ਉਹ ਕਹਿੰਦੀ ਜਦੋਂ ਮੈਨੂੰ ਬੈਠੀ ਨੂੰ ਦਾਣੇ ਮਿਲਦੇ ਆ ਨਾ, ਬੈਠੀ ਨੂੰ ਪਾਣੀ ਮਿਲਦਾ ਤੇ ਮੈਨੂੰ ਲੋੜ ਨਹੀਂ ਹੈ ਉੱਡਣ ਦੀ। ਤੇ ਇੱਕ ਕਬੂਤਰ ਆਪਣੇ ਘਰਾਂ 'ਚ ਰੱਖਿਆ ਨਾ, ਉਹ ਛਤਰੀਆਂ ਤੇ ਬਹਾ ਕੇ ਬਚਪਨ ਦੇ ਵਿੱਚ ਉਹਨਾਂ ਨੂੰ ਉਡਾਰੀਆਂ ਮਰਵਾਣੀਆਂ ਸਿਖਾਈਆਂ ਜਾਂਦੀਆਂ ਨੇ। ਕਿਉਂ? ਕਿਉਂਕਿ ਉਹਨਾਂ ਤੋਂ ਅਸੀਂ ਬਾਜ਼ੀਆਂ ਜਿੱਤਣੀਆਂ ਨੇ। ਉਹ ਇੱਕ ਅਲੱਗ ਵਿਸ਼ਾ ਹੈਗਾ। ਉਹਨਾਂ ਨੂੰ ਉੱਡਣਾ ਸਿਖਾਇਆ ਜਾਂਦਾ ਹੈਗਾ, ਉਹਨਾਂ ਨੂੰ ਉਤਾਰਨਾ ਸਿਖਾਇਆ ਜਾਂਦਾ। ਬੇਸ਼ੱਕ ਉਹ ਵੀ ਗੁਲਾਮ ਬਣਾ ਲਏ ਸੀ, ਪਰ ਫਿਰ ਵੀ ਉਹਨਾਂ ਕੋਲ ਸਮਰੱਥਾ ਹੈ। ਉਹਨਾਂ ਨੂੰ ਚੋਗਾ ਪਾਉਣ ਦੇ ਨਾਲ ਨਾਲ ਉੱਡਣ ਦੀ ਪ੍ਰੈਕਟਿਸ ਵੀ ਕਰਾਈ ਜਾਂਦੀ, ਪਰ ਕੁਕੜੀਆਂ ਨੂੰ ਨਹੀਂ ਕਰਾਈ ਜਾਂਦੀ। ਕਿਉਂ? ਕਿਉਂਕਿ ਕੁਕੜੀ ਇੱਕ ਉਹ ਜੀਵ ਆ ਗਈ ਜਿਹੜੀ ਭਾਈ ਆਪਣੇ ਮਾਲਕ ਦੀ ਗੁਲਾਮ ਹੋ ਗਈ। ਤੇ ਗੁਲਾਮ ਹੋਈ ਆ ਨਾ ਜਿਹੜੀ ਕੁਕੜੀ, ਤੇ ਇਹਦੇ ਵਿੱਚ ਹੋਰ ਔਗਣ ਕੀ ਹੈ ਚੰਦਰੀ 'ਚ? ਇਹ ਜਦੋਂ ਆਂਡੇ ਦਿੰਦੀ ਆ ਨਾ, ਫਿਰ ਅੱਗੇ ਜਾ ਕੇ ਕੁੜ-ਕੁੜ ਕਰਕੇ ਆਪਣੇ ਮਾਲਕ ਨੂੰ ਦੱਸਦੀ ਹੈ ਮੈਂ ਆਂਡੇ ਦੇਤੇ ਤੇ ਹੁਣ ਤੂੰ ਚੱਕ ਲਾ। ਪਰ ਕੋਈ ਵੀ ਪੰਛੀ ਲਾ ਲਓ, ਜਦੋਂ ਆਪਣੇ ਬੱਚਿਆਂ ਨੂੰ ਪਾਲਦਾ, ਆਂਡੇ ਦਿੰਦਾਗਾ, ਤਾਂ ਆਪਣੇ ਬੱਚਿਆਂ ਲਵੇ, ਆਪਣੇ ਆਂਡਿਆਂ ਲਵੇ ਛੇਤੀ ਕਿਸੇ ਨੂੰ ਹੋਣ ਨਹੀਂ ਦਿੰਦਾ। ਉਹ ਰੌਲਾ ਪਾਉਂਦਾ, ਠੁੰਗਾ ਮਾਰਦਾ, ਪਰ ਕੁਕੜੀ ਹੈ ਜਿਹੜੀ ਠੁੰਗਾ ਨਹੀਂ ਮਾਰਦੀਗੀ। ਕਿਉਂ? ਕਿਉਂਕਿ ਉਹਦੀ ਸੋਚ ਨੂੰ ਗੁਲਾਮ ਕਰ ਲਿਆ, ਇੱਕ ਮਾਲਕ ਨੇ ਆਪਣੇ ਕਬਜ਼ੇ 'ਚ ਕਰ ਲਿਆ। ਸੱਚ ਜਾਣਿਓ, ਅੱਜ ਸਾਡੀ ਕੌਮ ਦੇ ਆਗੂ ਕੁਕੜੀ ਵਰਗੇ ਨੇਗੇ। ਆਪਣੀ ਗੱਲ ਸੀ, ਸਾਡੀ ਕੌਮ ਦੇ ਚਲਾਕ ਆਗੂ, ਸਾਡੇ ਹੀ ਸਮਾਜ ਦੇ ਵਿੱਚ ਸਾਡੇ ਚਲਾਕ ਦੋਸਤ ਸਾਨੂੰ ਵੇਚ ਦਿੰਦੇ ਨੇ। ਸਾਨੂੰ ਪਤਾ ਨਹੀਂ ਲੱਗਦਾ ਵੀ ਕਦੋਂ ਸਾਨੂੰ ਵੱਟ ਕੇ ਖਾ ਗਏ। ਪਰ ਚੇਤਾ ਰੱਖਿਓ, ਸਾਡੀ ਸਮਾਜ ਦੇ ਵਿੱਚ ਇਹ ਉਹ ਆਗੂ ਤਿਆਰ ਕਰ ਲਏ ਸੀ ਜਿਹੜੇ ਆਗੂ ਨਾ ਕੁੜ-ਕੁੜ ਕਰਦੇ ਨੇ ਜਦੋਂ ਆਂਡੇ ਦਿੰਦੇ ਨੇ। ਮਾਫ ਕਰਨਾ, ਸਾਨੂੰ ਪਤਾ ਨਹੀਂ ਲੱਗਦਾ। ਉਹਨਾਂ ਨੇ ਦਿਖਾਤਾ ਸਾਰੇ ਮੇਰੇ ਬੱਚੇ ਨੇ, ਦਿਖਾਤਾ ਨਾ, ਆਪ ਪਾਸੇ ਖਿਸਕ ਗਿਆ, ਸੌਦਾ ਕਰ ਗਿਆ, ਇੰਨੀਆਂ ਵੋਟਾਂ ਨੇ, ਇੰਨੇ ਰੁਪਈਏ ਲਊਂਗਾ। ਉਹ ਕੁਕੜੀ ਦੇ ਆਂਡਿਆਂ ਵਾਂਗ ਨਾ ਕੁੜ-ਕੁੜ ਕਰਕੇ ਸਾਨੂੰ ਖੁਦ ਨੂੰ ਵੇਚ ਜਾਂਦਾ। ਕਿਉਂ? ਕਿਉਂਕਿ ਉਹ ਖੁਦ ਗੁਲਾਮ ਸੀ ਤੇ ਸਾਨੂੰ ਗੁਲਾਮੀ ਦਾ ਅਹਿਸਾਸ ਹੋਣ ਨਹੀਂ ਦਿੱਤਾਗਾ ਉਹਨੇ। ਪਰ ਇਹ ਸਮਝ ਕਿਤੋਂ ਮਿਲੂਗੀ? ਸਾਨੂੰ ਖੁਦ ਨੂੰ ਸਮਝਣਾ ਪਵੇਗਾ। ਅਸੀਂ ਖੁਦ ਅਕਲ ਵਾਲੇ ਹੋਈਏ, ਖੁਦ ਗਿਆਨਵਾਨ ਹੋਈਏ, ਆਪਣੇ ਆਪ ਨੂੰ ਆਜ਼ਾਦ ਸੋਚ ਵਾਲੇ ਬਣਾਈਏ। ਜੇ ਨਾ ਬਣਾਵਾਂਗੇ, ਫਿਰ ਗੁਰੂ ਸਾਹਿਬ ਜੀ ਕਹਿੰਦੇ ਭਾਈ ਤੇਰੀ ਜ਼ਿੰਦਗੀ ਦੇ ਵਿੱਚ ਫਟਕਾਰ ਤੋਂ ਸਿਵਾ, ਲਾਹਨਤ ਤੋਂ ਸਿਵਾ ਹੋਰ ਕੁਝ ਵੀ ਨਹੀਂ ਹੈ, ਹੋਰ ਕੁਝ ਵੀ ਨਹੀਂ ਹੈ। ਫਿਰ ਤੂੰ ਕੁਕੜੀ ਵਰਗਾ ਜੀਵਨ ਜਿਉਣਾਗਾ। ਕੁਕੜੀ ਤੋਂ ਵੱਧ ਕੇ ਤੇਰਾ ਜੀਵਨ ਕੁਛ ਵੀ ਨਹੀਂ ਹੈ। ਜਿਹੋ ਜੀ ਉਹਦੀ ਦਿਸ਼ਾ, ਉਹਦੇ ਹਾਲਾਤ ਨੇ, ਉਹੋ ਜੀ ਤੇਰੀ ਬਣ ਗਈ। ਜਿਹੋ ਜੀ ਉਹਦੀ ਦਸ਼ਾ ਨਾ, ਹਾਲਾਤ ਨੇ, ਉਹੋ ਜੇ ਤੇਰੇ ਬਣ ਗਏ। ਉਹਦੇ ਵਿੱਚ ਤੇ ਤੇਰੇ ਵਿੱਚ ਕੋਈ ਅੰਤਰ ਨਹੀਂ ਹੈ।
फिर इसे करके गुरु साहब ने जदों भी सानू बख्शिश कीती है, ज्ञान की दात दिती है, वो सानू उद्यम दे विच, हिम्मत दे विच, उपराले दे विच, किरत दे विच खुद लेके आउणा चाहुंदा गा। खुद उद्यमी बना, हिम्मत वाला बना, आजाद हस्ती वाला बना। गुलामी गुरु नूं भी नहीं चंगी लगदी ते गुलामी वो अपने सिखां दी झोली विच भी नहीं पाउंदा गा। वो आज़ादी दा शौक रखण वाला गुरु है। ते जिन्ने क आपां गुरु कोले पहुँचते हैं ना, कदे साडी सोच आज़ाद हो जावे तां सच जाणिओ साडी जिंदगी बहुत बदल सकदी है। आपां अपना दोस्त चंगा बनाइए। वो दोस्त किहड़ा गुरु है। गुरु दोस्त नूं पुछ के भी असीं किवें उत्साहत हो सकदे हां, किवें असीं चढ़दी कला विच आ सकदे हां, किवें असीं आनंद विच रह सकदे हां, फिर वो गुरु ही दसेगा। आनंद विच रहण वाले वो पंछी हुंदे ने जिहड़े भावें रुखा मिस्सा खाण, रोड़ कक्कर चुगण, पर आकाश विच ना उडारियां चढ़दी कला वाला पंछी मारदा गा। ढिंदी कला वाली कुकड़ी वो कदे आकाश विच उडारियां नहीं मार सकदी। बस गुरु ने एक सिक्ख्या दे दित्ती, कुकड़ी वर्गा नहीं, गुलामी वाला जीवन ते अपना जीवन आज़ादी वाला बना। अगे पातशाह जिक्र करते ने, साजन रते सच के संगे मन माही, ऐसा सज्जन बना जिहदा संग करन दे नाल ना तू ओ अकाल पुरख वाहिगुरू जी दे रंग विच रंगिया जावें, ओहदे विच ते तेरे विच अंतर कोई ना रहे। मन माहे साजन करे रलियां, कर्म धर्म सुभाया। पर साडा सुभाव किहो जिहा बन गया भी बंदा कर्म ते धर्म विच उलझ गया। कर्म कम, धर्म धर्म दे नां ते कीता होया कम, धर्म दे नां ते कीता होया कम। पातशाह जी कहंदे धर्म जिहड़ा गुरु पातशाह जी ने सानू दिता ना, इस धर्म दे विच वो गल अलग आ भी जे आपां किसे अन्ने आगू, अन्ने बाबे दी भेट चढ़ जगे, वो अलग विशा। पर जेड़ा ये गुरु नानक पातशाह जी दा बख्शिश कीता होया धर्म है, धर्म तो भाव सच है। इस धर्म दे अंदर किसे भी थां ते किसे भी कोने दे विच सानू इदां दी विचार नहीं मिलेगी कि असीं गुलाम बनीए। हाँ, वो एक अलग विषय आपां बनावांगे भी जे सानू इस धर्म दे विच गुरु दे नेड़े रहण वाला व्यक्ति पृथ्वी दी सोच वाला होवे, राम राय दी सोच वाला होवे, उन्हां दी सोच वाला होवे ना, वो अलग विषय गा। पर जिन्हां दी सोच पंजवें पातशाह वर्गी है, पृथ्वी दे घर विच ही है पंजवें पातशाह, एक मां दे जाए ने, जिन्हां दी सोच पंजवें पातशाह वर्गी है, फिर वो कदे गुलामी दे फंदिआं नूं नहीं चुमदेगे। माफ करना, वो हमेशा अपने आप नूं अनख ते स्वाभिमान वाला जीवन जिउण दी गल करदे ने। अपनी गल सी भी साडे जीवन दे विच इस मत विचों, इस धर्म दे विचों कदे भी गुलामी वाला एहसास नहीं करवाया जाता, ना गुलामी दे विच रहण वाली गल सिखाई जाती है। वो गुलामी किहड़ी आ भी निज स्वार्थ लई गुरु साडी हामी भरे। गुरु तो यही कहना ना भी चंगा कर, चंगा खा, थोड़ा खा, जिउण लई खा। ये ना होवे भी 5 रुपये दे के, 20 रुपये दे के, 100 रुपया दे के 1000 रुपया मंगी। जिवें लाटरियां पाउणे ना भी 100 रुपया दिओ ते तुहानूं करोड़ रुपया मिलूगा। गुरु इस मत नाल संबंध नहीं रखता, ये गुलामी आ। पातशाह जी कहंदे ना, इस गुलामी दे रस्से नाल नहीं जुड़ना गा, इहदे विचों निकलना, इहदे नालों असीं पासे जाना गा। ते कई बार आपां सुणदे आ ना गल भी गुरु भाई इदां दे सट्टेबाजी ते, जुएबाजी ते, इदां दियां लाटरी सिस्टम ते गुरु हम ही नहीं भरदा गा। गुरु तां इह कहंदा उद्यम करेंदे आ जियो, उद्यम कर, दब के वाह। गुरु दा पॉइंट आ दब के वाह, रज के खा। भाव रज के खाण तो भाव संतोखी जीवन बना, किरती जीवन बना के अपनी जिंदगी जिउण दा
ਉਪਰਾਲਾ ਰੱਖ, ਪਰ ਤੂੰ ਇਦਾਂ ਦੇ ਪੱਖ ਵਿੱਚ ਨਹੀਂ ਜਾਣਾ ਵੀ 10 ਦੇ ਕੇ 20 ਦੇ ਕੇ 1000 ਦੇ ਕੇ ਮੈਨੂੰ ਇੰਨੇ ਬਣ ਜਾਣ। ਇਸ ਪੱਖ ਤੋਂ ਗੁਰੂ ਸਾਹਿਬ ਨੇ ਕੱਢਿਆ। ਹੁਣ ਅੱਜ ਇਸ ਬਾਣੀ ਦੇ ਵਿੱਚੋਂ ਸਾਨੂੰ ਸਮਝ ਆ ਗਈ ਵੀ ਗੁਰੂ ਇਦਾਂ ਦੇ ਸਿਸਟਮ ਨਾਲ ਕਿਉਂ ਨਹੀਂ ਜੋੜਦਾ ਸਿੱਖ ਨੂੰ। ਇਸੇ ਕਰਕੇ ਨਹੀਂ ਜੋੜਦਾ ਕਿਉਂਕਿ ਉਹ ਸਾਰੇ ਦਾ ਸਾਰਾ ਗੁਲਾਮੀ ਦਾ ਪੱਖ ਹੈ। ਉਹ ਕੁਕੜੀ ਵਾਲਾ ਜੀਵਨ ਆ ਸਾਡਾ। ਕੁਕੜੀ ਦਾਣੇ ਤੇ ਗਿੱਝ ਗਈ ਨਾ ਤੇ ਉੱਡਣੋਂ ਹਟ ਗਈ ਵਿਚਾਰੀ। ਉਹ ਨਾ 10 ਘਰ ਤੱਕ ਨਾ 20 ਘਰਾਂ ਤੱਕ ਉਡਾਰੀ ਮਾਰ ਕੇ ਨਹੀਂ ਜਾ ਸਕਦੀ ਕਿ ਉਹ ਕਿਲੋਮੀਟਰ ਦਾ ਕਿਲੋਮੀਟਰ 500 ਗਜ ਉਡਾਰੀ ਮਾਰ ਕੇ ਨਹੀਂ ਜਾਂਦੇ। ਬਾਕੀ ਸਭ ਪੰਛੀ ਉੱਡਦੇ ਨੇ। ਜੇ ਅਸੀਂ ਇਦਾਂ ਦੇ ਪੱਖ ਨਾਲ ਜੁੜ ਗਏ ਤੇ ਫਿਰ ਕੀ ਆ? ਫਿਰ ਗੁਰੂ ਸਾਹਿਬ ਜੀ ਕਹਿੰਦੇ ਤੂੰ ਕਦੇ ਵੀ ਜ਼ਿੰਦਗੀ 'ਚ ਨਿਖਰੇਗਾ ਨਹੀਂ। ਠੀਕ ਹੈ ਨਾ। ਦੂਜੀ ਗੱਲ, ਅੱਜ ਸਾਡੇ ਸਮਾਜ ਵਿੱਚ ਮੈਂ ਸੱਚੀ ਜੀ ਗੱਲ ਜ਼ਰੂਰ ਕਹਾਂਗਾ, ਯਿਸੂ ਮਿਸੂ ਵਾਲੇ ਜਿਹਨੂੰ ਆਪਾਂ ਕਹਿ ਦਿੰਦੇ ਆ, ਈਸਾ ਮਸੀਹ ਵਾਲੇ ਬੜੇ ਆ ਗਏ। ਚਲੋ ਉਹਨਾਂ ਦਾ ਮਤ ਉਹਨਾਂ ਦੇ ਮਤ ਮੁਤਾਬਕ ਸਤਿਕਾਰਯੋਗ ਹੈ, ਸਾਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਹੈ, ਨਾ ਕੋਈ ਈਰਖਾ ਨਾ ਵੈਰ ਨਾ ਵਿਰੋਧ। ਪਰ ਇੱਕ ਗੱਲ ਹੈਰਾਨੀ ਦੀ ਆ ਵੀ ਸਾਡੇ ਬੁੱਝੜ ਲੋਕ ਨਾ ਛੋਟੀਆਂ ਤਕਲੀਫਾਂ ਤੇ ਉਹਨਾਂ ਕੋਲ ਜਾਂਦੇ ਨੇ, ਉਹ ਧੌਣਾ ਫੜ ਕੁੱਟਦੇ ਵੀ ਆ ਤੇ ਪਖੰਡ ਵੀ ਕਰਾਉਂਦੇ ਨੇ ਤੇ ਗੁਰੂ ਉਸ ਚੀਜ਼ ਨੂੰ ਤੋੜਦਾਗਾ। ਗੁਰੂ ਕਹਿੰਦਾ ਨਹੀਂ, ਜੇ ਤੇਰੀ ਜ਼ਿੰਦਗੀ 'ਚ ਮੁਸ਼ਕਲ ਆਈ ਆ ਨਾ ਤੇ ਉਹ ਮੁਸ਼ਕਲ ਦਾ ਡਟ ਕੇ ਸਾਹਮਣਾ ਮੁਕਾਬਲਾ ਖੁਦ ਆਪ ਕਰ ਭਾਈ। ਕਿਸੇ ਕੋਲੇ ਤਾਕਤ ਨਹੀਂ ਹੈ ਵੀ ਤੇਰਾ ਸਰੀਰ ਦਾ ਰੋਗ ਟੁੱਟ ਜੂਗਾ, ਨਾ, ਇਹ ਪਖੰਡ ਹੁੰਦਾ ਸਭ। ਮੈਂ ਆਪਣੇ ਅੱਖੀਂ ਦੇਖਿਆਗਾ, ਇੱਕ ਮਿੱਤਰ ਸੀ, ਉਹਨੂੰ ਅੱਖਾਂ ਦਿੰਦਾ ਨਹੀਂ ਸੀ, ਬਿਲਕੁਲ ਘੱਟ ਦਿੰਦਾ ਸੀ। ਕਿਸੇ ਪਖੰਡੀ ਬਾਬੇ ਨੇ ਨਾ ਲਾ ਕੇ ਉਹਦੀ ਐਨਕ ਪਰਾਂ ਮਾਰੀ, ਕਹਿੰਦਾ ਅੱਜ ਤੋਂ ਬਾਅਦ ਤੈਨੂੰ ਐਨਕ ਲਾਉਣ ਦੀ ਲੋੜ ਨਹੀਂ। ਵੈਸੇ ਤਾਂ ਬੰਦਾ ਮਰ ਗਿਆ, ਜਵਾਨ ਉਮਰ ਦੇ ਵਿੱਚ ਕੈਂਸਰ ਹੋ ਗਿਆ ਸੀ, ਮਰ ਗਿਆ ਸੀ, ਪਰ ਉਹਨੂੰ ਵਿਚਾਰੇ ਨੂੰ ਨਾ ਕਿੰਨਾ ਟਾਈਮ ਤਕਲੀਫ ਝੱਲਣੀ ਪਈ। ਕਹਿੰਦਾ ਬਾਬੇ ਨੇ ਕਿਹਾ ਤੇਰੀ ਨਿਗਾਹ ਮੁੜ ਆਊਗੀ ਤੇ ਤੈਨੂੰ ਐਨਕ ਲਾਉਣ ਦੀ ਲੋੜ ਨਹੀਂ ਹੈ, ਪਰ ਬਾਅਦ ਵਿੱਚ ਉਹਨੇ ਨੰਬਰ ਦੀ ਐਨਕ ਉਹਨੂੰ ਦੁਬਾਰੇ ਲਾਉਣੀ ਪੈਗੀ। ਕਿਉਂ ਲਾਉਣੀ ਪੈਗੀ? ਕਿਉਂਕਿ ਬਾਬੇ ਦਾ ਪਖੰਡ ਸੀ। ਹਾਂ, ਕੁਛ ਟਾਈਮ ਉਹ ਵੀਰ ਖੁਦ ਕਹਿੰਦਾ ਰਿਹਾ, ਕੀ ਕਹਿੰਦਾ ਰਿਹਾ? ਕਹਿੰਦਾ ਜੀ ਮੈਨੂੰ ਦਿਸਣ ਲੱਗ ਗਿਆ ਬਾਬੇ ਦੇ ਬੋਲ ਹੋ ਗਏ। ਉਹੀ ਕੰਮ ਇਹਨਾਂ ਲੋਕਾਂ ਦਾ ਗਾ, ਪਰ ਬਚੀਏ। ਗੁਰੂ ਕਹਿੰਦਾ ਜੇ ਤੇਰੇ ਕੰਡਾ ਵੱਜਿਆ ਨਾ, ਉਹ ਕੰਡੇ ਉੱਪਰ ਨਾ ਮਖਵਲੀ ਕੱਪੜਾ ਬੰਨਣ ਦੀ ਬਜਾਏ ਉਹ ਕੰਡੇ ਨੂੰ ਕੱਢਣ ਦੀ ਹਿੰਮਤ ਰੱਖ। ਕੱਢੇਗਾ ਤਾਂ ਵੀ ਦਰਦ ਹੋਵੇਗਾ, ਤੇ ਜੇ ਮਖਵਲੀ ਕੱਪੜਾ ਬੰਨੇਗਾ ਨਾ ਫਿਰ ਦਰਦ ਸਦਾ ਲਈ ਰਹੇਗਾ। ਇਹ ਉਹ ਲੋਕ ਨੇ ਜਿਹੜੇ ਸਦਾ ਲਈ ਸਾਨੂੰ ਦਰਦ ਦੇ ਉੱਪਰ ਨਾ ਕੱਪੜਾ ਲਪੇਟ ਕੇ ਸਾਨੂੰ ਅਣਭੋਲ ਲੋਕਾਂ ਨੂੰ ਬੁੱਝੜ ਬਣਾ ਕੇ ਲੁੱਟਦੇ ਨੇ। ਗੁਰੂ ਸਾਹਿਬ ਕਹਿੰਦੇ ਨੇ ਤੋਂ ਬਾਅਦ ਚ ਇੱਥੇ ਸਿੱਧ ਕੀ ਹੁੰਦਾ ਵੀ ਗੁਰੂ ਨਾ ਤਾਂ ਸਾਨੂੰ ਕਿਸੇ ਸੱਟੇ ਸਿਸਟਮ ਜੋੜਦਾ ਜੂਏਬਾਜੀ ਚ, ਨਾ ਸਾਨੂੰ ਲਾਟਰੀ ਸਿਸਟਮ ਦੇ ਵਿੱਚ। ਤੇ ਗੁਰੂ ਹਮੇਸ਼ਾ ਕੀ ਕਹਿੰਦਾ, ਜੇ ਤੂੰ ਆਨੰਦ ਵਿੱਚ ਜੀਵਨ ਜਿਉਣਾ ਚਾਹੁੰਦਾ ਨਾ, ਖੁਦ ਹਿੰਮਤ ਰੱਖ, ਖੁਦ ਮੁਕਾਬਲਾ ਕਰ। ਮੁਕਾਬਲਾ ਕਰਨ ਦੀ ਤੇਰੀ ਸਮਰੱਥਾ ਖੁਦ ਦੀ ਹੋਣੀ ਚਾਹੀਦੀ ਆ। ਇੱਕ ਵਿੱਚੋਂ ਛੋਟੀ ਜਿਹੀ ਉਦਾਹਰਨ ਤਕਲੀਫ ਤੇ ਮੁਕਾਬਲੇਬਾਜ਼ੀ ਤੇ। ਆਪਾਂ ਨੂੰ ਪਤਾ ਜੋ ਕਿ ਭਾਈ ਸਾਧਾ ਜੀ, ਉਹਨਾਂ ਦੀ ਧਰਮ ਪਤਨੀ ਬੀਬੀ ਸੂਰਤੀ, ਜਿਹੜੀ ਕਿ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਇੱਕ ਸੇਵਕ ਸੀ, ਸ਼ਰਧਾਲੂ ਭੈਣ ਸੀ, ਪਰ ਕੋਈ ਅਜਿਹਾ ਕਾਰਨ ਬਣਿਆ ਤੇ ਇਹ ਜਿਹੜਾ ਪਰਿਵਾਰ ਹੈਗਾ ਸਾਧੇ ਦਾ, ਇਹ ਪਿੱਛੇ ਤੋਂ ਮੁੱਢ ਤੋਂ ਲਾਲਾ ਵਾਲੇ ਦਾ ਚੇਲਾ ਗਾ। ਮਤਲਬ ਕਿ ਸਖੀ ਸਰਵਰੀਆਂ ਦੇ ਚੇਲੇ ਨੇ, ਆਮ ਨਹੀਂ, ਪਹਿਲੇ ਨੰਬਰ ਤੇ ਆਉਣ ਵਾਲੇ ਪੁਜਾਰੀ, ਵੱਡੇ ਪੱਧਰ ਤੇ ਪੁਜਾਰੀ ਨੇ। ਪਰ ਜਿਸ ਦਿਨ ਹੁਣ ਬੀਬੀ ਦਾ ਇਸ ਭਾਈ ਸਾਧਾ ਜੀ ਦੇ ਨਾਲ ਵਿਆਹ ਹੋ ਗਿਆ ਨਾ, ਤੇ ਬੀਬੀ ਨੇ ਕੀ ਕਿਹਾ ਸੀ ਵੀ ਮੇਰੇ ਸਹੁਰਾ ਪਰਿਵਾਰ ਬੜੀ ਅਣਮਤੀ ਆ, ਸੱਚੇ ਪਾਤਸ਼ਾਹ ਮੈਂ ਉਹ ਅਣਮਤ ਵਿੱਚ ਰਹਿਣਾ ਨਹੀਂ ਚਾਹੁੰਦੀਗੀ। ਤੇ ਕੀ ਖੇਡ ਬਣ ਗਈ, ਕੀ ਭਾਣਾ ਬਣ ਗਿਆ, ਕੀ ਚੱਕਰ ਬਣ ਗਿਆ ਇਹ? ਪਰ ਡੋਲੀ ਨਹੀਂ, ਨਾ ਘਬਰਾਈ ਨਾ ਡੋਲੀ। ਪਰ ਆਪਾਂ ਨੂੰ ਪਤਾ ਵੀ ਇੱਕ ਦਿਨ ਐਸਾ ਸਮਾਂ ਆਇਆ ਵੀ ਜਦੋਂ ਡੋਲੀ ਘਰ ਦੇ ਵਿੱਚ ਜਾ ਰਹੀ ਆ ਤੇ ਉਸ ਬੀਬੀ ਨੇ ਨਾ ਤੁਰਨ ਵੇਲੇ ਇੱਕ ਬੇਨਤੀ ਕੀਤੀ ਸੀ, ਅਰਦਾਸ ਕੀਤੀ, ਸੱਚੇ ਪਾਤਸ਼ਾਹ ਮੇਰੇ ਵਿੱਚ ਅਜਿਹੀ ਹਿੰਮਤ ਪਾ, ਅਜਿਹਾ ਉਦਮ ਉਪਰਾਲਾ ਦੇ ਵੀ ਮੈਂ ਖੁਦ ਇਹ ਸਾਰੀ ਦੀ ਸਾਰੀ ਕਹਾਣੀ ਤੇਰੇ ਸਾਹਮਣੇ ਖੜ ਕੇ ਤੈਨੂੰ ਦੱਸ ਸਕਾਂ। ਫਿਰ ਆਪਾਂ ਨੂੰ ਪਤਾ ਸੰਖੇਪ ਬਾਕੀ ਆ ਵੀ ਉਹ ਭੈਣ ਜਾਂਦੀ ਨਾ ਰਸਤੇ ਵਿੱਚ ਜਦੋਂ ਡੋਲੀ ਰੁਕੀ ਆ, ਬਰਾਤ ਕਹਿ ਲੋ ਰੁਕੀ ਆ, ਤੇ ਉਦੋਂ 6ਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਨੇੜੇ ਪੜਾਅ ਕੀਤਾ ਵੈ ਨਾ, ਤੇ ਉੱਥੇ ਚਲੀ ਗਈ, ਜਾ ਕੇ ਅਰਦਾਸ ਕੀਤੀ ਹੈ ਨਾ, ਤੇ ਬੇਨਤੀ ਕੀਤੀ ਹੈ ਸਨਮੁਖ ਖੜ ਕੇ। ਤੇ ਉਸ ਅਰਦਾਸ ਦੀ ਕਿਰਪਾ ਸਦਕਾ ਇਉਂ ਕਹਿ ਲੋ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੀ ਸਿੱਖਣੀ ਉਹ ਭੈਣ, ਉਹ ਸਾਡੀ ਬੀਬੀ ਕੀ ਆ, ਇੱਕੋ ਹੀ ਬੇਨਤੀ ਕਰਦੀ ਆ ਵੀ ਜੇ ਤੂੰ ਮੇਰਾ ਇਦਾਂ ਦਾ ਬਰ ਬਣਾ ਦਿੱਤਾ ਨਾ, ਜੋੜ ਦਿੱਤਾ ਹੈ, ਮੈਂ ਉਹ ਪਤੀ ਨੂੰ ਨਹੀਂ ਕੋਸਦੀ, ਨਾ ਉਹ
ਪਰਿਵਾਰ ਨੂੰ ਕੋਸਦੀ ਹਾਂ, ਪਰ ਉਹਨਾਂ ਦੀ ਅਨਮਤੀ ਤੇ ਮੈਨੂੰ ਅਲਰਜੀ ਹੋਵੇਗੀ। ਸੱਚੇ ਪਾਤਸ਼ਾਹ ਇਹਦੇ ਤੋਂ ਖਹਿੜਾ ਛੱਡਵਾ। ਹਿੰਮਤ ਰੱਖੀ ਆ ਨਾ, ਪਹਿਲੀ ਵਾਰ ਰਸਤੇ ਵਿੱਚੋਂ ਆਪਣੇ ਪਤੀ ਕੋਲੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕੋਲੇ ਜਾਣ ਦੀ ਹਿੰਮਤ ਰੱਖੀ, ਮੁਸ਼ਕਲ ਦੇ ਨਾਲ ਡਟ ਕੇ ਮੁਕਾਬਲਾ ਕਰਨ ਦੀ। ਉਹ ਮੁਸ਼ਕਲ ਦੇ ਸੰਬੰਧ ਵਿੱਚ ਗੁਰੂ ਕੋਲ ਚਲੀ ਗਈ, ਹੱਲ ਨਿਕਲਿਆ। ਮਗਰ ਸ਼ੱਕ ਦੇ ਆਧਾਰ ਤੇ ਭਾਈ ਸਾਧੇ ਨੂੰ ਵੀ ਜਾਣਾ ਪੈ ਗਿਆ। ਸ਼ੱਕ ਦੇ ਆਧਾਰ ਤੇ ਸ਼ੱਕ ਕੀਤੀ ਹੈ ਨਾ, ਤੇ ਜਦੋਂ ਗੁਰੂ ਕੋਲੇ ਵਾਗੇ ਉੱਥੇ ਸਾਰੇ ਸ਼ੰਕੇ ਮਿਟ ਗਏ। ਸ਼ੰਕੇ ਇਸ ਤਰ੍ਹਾਂ ਮਿਟ ਗਏ ਤੇ ਭਾਈ ਸਾਧਾ ਜੀ ਨੇ ਆਉਣ ਸਾਰ ਆਪਣੇ ਘਰ ਦੇ ਵਿੱਚੋਂ ਅਨਮਤੀ ਸਾਰਾ ਕੁਝ ਪੂਜਾ ਸਿਸਟਮ ਬੰਦ ਕਰ ਦਿੱਤਾ। ਅਨਮਤੀ, ਅੱਜ ਤੋਂ ਬਾਅਦ ਅਸੀਂ ਕਿਸੇ ਤਰ੍ਹਾਂ ਦੀ ਅਨਮਤੀ ਪੂਜਾ ਨਹੀਂ ਕਰਾਂਗੇ। ਸਾਡਾ ਦੋਸਤ, ਸਾਡਾ ਮਿੱਤਰ ਇੱਕੋ ਹੀ ਹੈ। ਉਹ ਕੌਣ ਹੈ? ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ। ਉਹਦੇ ਨਾਲੋਂ ਵੱਡਾ ਸਾਡਾ ਕੋਈ ਦੋਸਤ ਨਹੀਂ ਹੈ। ਤੇ ਅੱਜ ਦੀ ਵਿਚਾਰ ਵੀ ਦੋਸਤ ਤੇ ਹੈ ਨਾ। ਸਾਡਾ ਦੋਸਤ ਫਿਰ ਉਹ ਹੋਣਾ ਚਾਹੀਦਾ ਜਿਹੜਾ ਸਾਨੂੰ ਗੁਲਾਮੀ ਵਿੱਚ ਨਾ, ਸਾਨੂੰ ਆਜ਼ਾਦੀ ਵਿੱਚ ਲੈ ਕੇ ਆਵੇ, ਸਾਨੂੰ ਖੁੱਲ੍ਹ ਕੇ ਜ਼ਿੰਦਗੀ ਜਿਉਣ ਦਾ ਬਲ ਬਖਸ਼ੇ, ਸਾਨੂੰ ਘੁੱਟ ਕੇ ਆਪਣੇ ਆਪ ਨੂੰ ਨਾ ਮਹਿਸੂਸ ਕਰਨ ਵਾਲਾ ਪੱਖ ਨਾ ਦੇਵੇ। ਫਿਰ ਪਾਤਸ਼ਾਹ ਜੀ ਕਹਿੰਦੇ ਇਦਾਂ ਦੀ ਸਾਡੀ ਜ਼ਿੰਦਗੀ ਹੋਣੀ ਚਾਹੀਦੀ ਹੈ ਭਾਈ। ਨਾ ਸਾਨੂੰ ਸੁੱਖਾਂ ਦੇ ਵਿੱਚ, ਨਾ ਸਾਨੂੰ ਹੋਰ ਕਿਤੇ ਅਨਮਤੀ ਕਰਮਾਂ ਦੇ ਵਿੱਚ, ਨਾ ਸਾਨੂੰ ਕਿਸੇ ਬਾਬਿਆਂ ਕੋਲੇ, ਨਾ ਕਿਸੇ ਆਗੂਆਂ ਕੋਲੇ, ਨਾ ਕਿਸੇ ਸਾਨੂੰ ਦੇਹਧਾਰੀ ਆਪਣੇ ਦੋਸਤ ਮਿੱਤਰ ਬਣਾਏ ਹੋਏ ਉਹਨਾਂ ਕੋਲੇ, ਕਿਸੇ ਕੋਲੇ ਜਾਣ ਦੀ ਕੋਈ ਲੋੜ ਨਾ ਰਹੇ। ਫਿਰ ਐਸਾ ਸੱਜਣ ਹੋਵੇ ਜਿਸ ਸੱਜਣ ਦੇ ਨਾਲ ਜੁੜ ਕੇ ਅਸੀਂ ਆਪਣੇ ਆਪ ਉੱਡਣ ਦੀ ਹਿੰਮਤ ਰੱਖਦੇ ਹੋਈਏ। ਕਿਤੇ ਸਾਡਾ ਜੀਵਨ ਜੋ ਪਹਿਲਾਂ ਸੁਣੀਏ ਨਾ, ਕੁਕੜੀ ਵਰਗਾ ਨਾ ਬਣ ਜਾਵੇ। ਸਾਰੇ ਪੰਛੀ ਉੜਦੇ ਨੇ ਪਰ ਕੇਵਲ ਕੁਕੜੀ ਹੈ ਜਿਹੜੀ ਨਾ, ਉਹ ਉਡਾਰੀ ਨਹੀਂ ਮਾਰਦੀ ਵਿਚਾਰੀ, ਉਹ ਥਾਂ ਤੁਰੀ ਫਿਰਦੀ ਗੇੜੇ ਖਾਂਦੀ। ਆਖਰਕਾਰ ਉਹ ਆਂਡੇ ਦੇ ਕੇ ਵੀ ਆਪਣੇ ਬੱਚਿਆਂ ਨੂੰ ਆਪ ਮਰਵਾਉਂਦੀ ਆ। ਆਂਡੇ ਵੀ ਦਿੰਦੀ ਆ ਤੇ ਕਹਿੰਦੀ ਆ ਮੇਰੇ ਬੱਚਿਆਂ ਨੂੰ ਮਾਰ ਕੇ ਤੁਸੀਂ ਖਾ ਲਓ। ਉਹ ਖੁਦ ਕੁੜ-ਕੁੜ ਕਰਦੀ ਆ ਵੀ ਚੱਕ ਲਾ। ਇਦਾਂ ਦਾ ਸਾਡਾ ਜੀਵਨ ਨਾ ਬਣੇ। ਸੱਚ ਜਾਣਿਓ ਵੀ ਸਾਡੇ ਸਮਾਜ ਦਾ ਜੀਵਨ ਬਿਰਲਿਆਂ ਨੂੰ ਛੱਡ ਕੇ ਕੁਕੜੀ ਵਰਗਾ ਬਣ ਗਿਆ। ਹਿੰਮਤ ਰੱਖੀਏ। ਚਿੜੀ ਹੈ ਨਾ, ਚਿੜੀ ਦੇ ਅੰਡਿਆਂ ਕੋਲੇ ਜਾਈਏ, ਬਿਲਕੁਲ ਭਾਵੇਂ ਨਿੱਕੀ ਜੀ ਆ, ਉਹ ਵੀ ਬੜਾ ਕਲਪਦੀ ਆ, ਰੌਲਾ ਪਾਉਂਦੀ ਆ, ਮੇਰੇ ਅੰਡਿਆਂ ਨੂੰ ਹੱਥ ਨਾ ਲਾਈ। ਭਾਵੇਂ ਉਹਦਾ ਬਿੱਦ ਥੋੜਾ ਪਰ ਰੌਲਾ ਬਹੁਤ ਪਾਉਂਦੀ ਹੈਗੀ। ਇਸ ਕਰਕੇ ਗੁਲਾਮ ਨਾ ਆਜ਼ਾਦ ਬਣੀਏ। ਕਿਵੇਂ ਬਣਿਆ ਜਾਵੇਗਾ? ਗੁਰੂ ਨਾਲ ਜੁੜ ਕੇ। ਕਿਸੇ ਤੇ ਕੋਈ ਵਿਸ਼ਵਾਸ ਨਾ ਰੱਖੀ, ਕੇਵਲ ਗੁਰੂ ਤੇ ਹੀ ਆਪਣਾ ਵਿਸ਼ਵਾਸ ਹੋਵੇ। ਅਗਲੇ ਬੰਦ ਵਿੱਚ ਗੁਰੂ ਸਾਹਿਬ ਜੀ ਕਹਿੰਦਾ 68 ਤੀਰਥ ਪੁੰਨ ਪੂਜਾ, ਨਾਮ ਸਾਚਾ ਪਾਇਆ। ਮੇਰੇ ਲਈ ਸਾਰੇ ਹੀ ਤੀਰਥਾਂ ਦਾ ਇਸ਼ਨਾਨ, 8 ਤੇ 60 68 ਤੀਰਥਾਂ ਦਾ ਇਸ਼ਨਾਨ, ਮੇਰੇ ਲਈ ਪੁੰਨ, ਮੇਰੇ ਲਈ ਪੂਜਾ, ਸਭ ਕੁਝ ਗੁਰੂ ਦੇ ਨਾਮ ਵਿੱਚ ਹੈ, ਗੁਰੂ ਦੇ ਗਿਆਨ ਵਿੱਚ ਹੈ। ਹੋਰ ਮੇਰੇ ਲਈ ਕੋਈ ਪੂਜਾ ਨਹੀਂ ਹੈ। ਆਪ ਸਾਜੇ ਆਪ ਥਾਪ ਵੇਖੈ, ਉਹ ਆਪ ਹੀ ਮੇਰਾ ਮਾਲਕ ਸਾਨੂੰ ਸਾਜਦਾ, ਆਪ ਹੀ ਸਾਨੂੰ ਥਾਪਦਾ ਹੈ। ਇੱਕੋ ਇੱਕੋ ਪਰਮਾਤਮਾ ਹੈ ਜਿਹੜਾ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ, ਉਹ ਆਪਣੇ ਆਪ ਤੋਂ ਪੈਦਾ ਹੋਇਆ। ਅਸੀਂ ਸਾਰੇ ਭਾਵ ਉਹਦੇ ਹੁਕਮ ਵਿੱਚ ਜਨਮੇ ਹਾਂ। ਇੱਕ ਦਿਨ ਪਹਿਲਾਂ ਵੀ ਵਿਚਾਰ ਸੁਣੀ ਸੀ ਨਾ, ਸਭ ਤੋਂ ਪਹਿਲਾਂ ਪਰਮਾਤਮਾ, ਤੇ ਪਰਮਾਤਮਾ ਨੇ ਬੋਲ ਪੈਦਾ ਕੀਤੇ, ਆਵਾਜ਼ ਪੈਦਾ ਕੀਤੀ। ਉਹ ਆਵਾਜ਼ ਨੂੰ ਅਸੀਂ ਸ਼ਬਦ ਕਹਿੰਦੇ ਹਾਂ। ਸ਼ਬਦ ਨੂੰ ਗੁਰੂ ਦਾ ਤੁਖੱਲਸ ਗੁਰੂ ਨਾਨਕ ਸਾਹਿਬ ਨੇ ਦਿੱਤਾ। ਪਹਿਲਾਂ ਗੁਰੂ ਪਰਮਾਤਮਾ ਆਪ, ਫਿਰ ਸ਼ਬਦ, ਸ਼ਬਦ ਤੋਂ ਪੂਰੀ ਦੀ ਪੂਰੀ ਸ੍ਰਿਸ਼ਟੀ ਜਿਹਦੇ ਵਿੱਚ ਅਸੀਂ ਵੀ ਖੁਦ ਆਉਂਦੇ ਹਾਂ। ਕੀਤਾ ਪਸਾਓ ਏਕੋ ਕਵਾਓ, ਤੇ ਕਵਾਓ ਪਸਾਓ ਇਹ ਅੰਮ੍ਰਿਤਸਰ ਦੀ ਬੋਲੀ ਹੈਗੀ। ਹੁਣ ਪਾਤਸ਼ਾਹ ਜੀ ਕਹਿੰਦੇ ਉਹ ਪਰਮਾਤਮਾ ਨੇ ਇੱਕ ਸ਼ਬਦ ਦੇ ਵਿੱਚ ਸਾਰੀ ਰਚਨਾ ਰਚ ਦਿੱਤੀ। ਆਪੇ ਆਪ ਸਾਜੇ ਥਾਪ ਵੇਖੈ, ਤਿਸੈ ਭਾਣਾ ਪਾਇਆ, ਸਾਜਨ ਰੰਗ ਰੰਗੀਲੜੇ, ਰੰਗ ਲਾਲ ਬਣਾਇਆ। ਫਿਰ ਮੇਰਾ ਸੱਜਣ ਅਜਿਹਾ ਹੋਣਾ ਚਾਹੀਦਾ ਜਿਹੜੇ ਸੱਜਣ ਨਾਲ ਮਿਲ ਕੇ ਮੇਰਾ ਰੰਗ ਭਾਈ ਲਾਲ ਬਣ ਜਾਵੇ। ਲਾਲ ਤੋਂ ਭਾਵ ਮੈਂ ਬਿਲਕੁਲ ਸਾਫ਼ ਹੋ ਜਾਵਾਂ, ਮੇਰੇ ਵਿੱਚ ਕਿਸੇ ਤਰ੍ਹਾਂ ਦੀ ਮੈਲ ਨਾ ਰਹੇ। ਮੈਲ ਤੋਂ ਰਹਿਤ ਜੀਵਨ ਗੁਰੂ ਨੂੰ ਪਸੰਦ ਹੈ। ਇੱਥੋਂ ਤੱਕ ਅੱਜ ਦੀ ਸਮਾਪਤੀ ਆ। ਵਿਸ਼ਾ ਸੀ ਸੱਜਣ ਦਾ। ਸੱਜਣ ਹੋਵੇ ਜਿਹੋ ਜੀ ਬੀਬੀ ਸੂਰਤੀ ਨੇ ਆਪਣਾ ਸੱਜਣ ਬਣਾਇਆਗਾ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵਰਗਾ। ਆਪ ਤਾਂ ਜੁੜੀ ਵੀ ਹੈ ਨਾ, ਜਾਂਦਿਆਂ ਜਾਂਦਿਆਂ ਪਹਿਲੀ ਵਾਰ, ਅਜੇ ਪਤੀ ਨਾਲ ਕੋਈ ਅੱਜ ਵਾਲਾ ਟਾਈਮ ਨਹੀਂ ਹੈ ਵੀ ਪਤੀ ਨਾਲ ਮੰਗਣੀ ਤੋਂ ਬਾਅਦ ਗੱਲਾਂ ਸ਼ੁਰੂ ਹੋ ਗਈਆਂ। ਨਾ ਨਾ, ਭਾਵ ਉਹ ਵਕਤ ਆ ਵੀ ਜਦੋਂ ਮਿਲਣੀ, ਵਿਆਹ ਹੋਇਆ, ਬਸ ਉਸੇ ਦਿਨ ਹੀ ਇੱਕ ਦੂਜੇ ਦੇ ਸੁਭਾਅ ਦਾ ਪਤਾ ਲੱਗਿਆ। ਪਰ ਵਾਹਿਗੁਰੂ ਭਲਾ ਕਰੇ, ਜਾਂਦਿਆਂ ਜਾਂਦਿਆਂ ਜੇ ਸੁਭਾਅ ਦਾ ਕੋਈ ਪਤਾ ਨਹੀਂ ਵੀ ਕਿਹੋ ਜਿਹਾ
ਭਾਈ ਸਾਧੇ ਦਾ ਸੁਭਾਅ, ਪਰ ਜਾਂਦਿਆਂ ਜਾਂਦਿਆਂ ਗੁਰੂ ਹਰਗੋਬਿੰਦ ਸਾਹਿਬ ਨਾਲ ਜੁੜ ਗਈ। ਇਹ ਜਿਹਾ ਜੀਵਨ ਹੋਵੇ, ਆਪ ਵੀ ਜੁੜ ਗਏ ਤੇ ਹੋਰਾਂ ਨੂੰ ਜੋੜਨ ਦੀ ਸਮਰੱਥਾ ਵੀ ਆਪਾਂ ਰੱਖੀਏ। ਗੁਰੂ ਸੱਜਣ ਤੋਂ ਬਿਨਾਂ ਹੋਰ ਸਾਡਾ ਕੋਈ ਸੱਜਣ ਨਾ ਹੋਵੇ। ਸਾਜਣ ਪਾਤਸ਼ਾਹ ਜੀ ਕਹਿੰਦੇ ਹੋਵਨ ਆਪਣੇ, ਕਿਉਂ ਪਰ ਘਰ ਜਾਏ। ਪਰ ਬਗਾਨਾ ਘਰ, ਕਿਸੇ ਦੇ ਘਰੇ ਮੈਂ ਕਿਉਂ ਜਾਵਾਂ ਜਦੋਂ ਮੇਰੇ ਕੋਲੇ ਆਪਣੇ ਕੋਲੇ ਆਪ ਦਾ ਸੱਜਣ ਹੈ। ਉਹ ਸੱਜਣ ਸਾਡਾ ਗੁਰੂ ਹੈ। ਸਭ ਦਾ ਧੰਨਵਾਦ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਏਕ ਓੰਕਾਰ।